ਅਸੀਂ ਗੱਲਬਾਤ ਲੈ ਕੇ ਹਾਜ਼ਰ ਰਹਾਂਗੇ ਜੀ। ਸਾਡੇ ਨੌਜਵਾਨ ਸਾਡੇ ਪਿੰਡ ਤੋਂ ਹੀ ਨੇ ਜੀ। ਪ੍ਰੋਫੈਸਰ ਨੇ ਜੀ, ਐਸੋਸੀਏਟ ਪ੍ਰੋਫੈਸਰ ਨੇ, ਹੈੱਡ ਆਫ ਦੀ ਡਿਪਾਰਟਮੈਂਟ ਨੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ IK ਪੰਜਾਬ ਟੈਕਨੀਕਲ ਯੂਨੀਵਰਸਿਟੀ ਜੋ ਹੈ ਜੀ। ਔਰ ਉਹਦੇ ਵਿੱਚ ਉਹਨਾਂ ਨੇ ਜਿਹੜੇ ਨਵੀਂ ਇੱਕ ਇਹ ਕਹਿ ਲਓ ਜੀ ਕਿ ਪੇਟੈਂਟ ਕਰਾਇਆ ਉਹਨਾਂ ਨੇ ਆਪਣੀ ਰਿਸਰਚ, ਜਿਹਦੇ ਵਿੱਚ ਉਹਨਾਂ ਨੇ ਇੱਕ ਖਾਸ ਤਰ੍ਹਾਂ ਦਾ ਇਹ ਕਹਿ ਲਓ ਕਿ ਉਪਕਰਨ ਬਣਾਇਆ, ਇੱਕ ਖਾਸ ਤਰ੍ਹਾਂ ਦਾ ਇੱਕ ਡਿਵਾਈਸ ਬਣਾਈ ਹੈ ਜਿਹੜੀ ਤੁਸੀਂ ਇੰਡੀਆ 'ਚ ਜਾਂਦੇ ਹੋ ਨਾ, ਸਭ ਤੋਂ ਔਖੀ ਗੱਲ ਲੱਗਦੀ ਹੈ ਕਿ ਕਿਵੇਂ ਲਾਈਟਸ ਸਾਨੂੰ ਅੱਖਾਂ 'ਚ ਰਾਤ ਨੂੰ ਹਾਈ ਬੀਮ ਜਿਹੜੇ ਨੇ ਉਹ ਕੱਢਦੇ ਨਹੀਂ, ਲਾਗੇ ਆ ਕੇ ਜਿਸ ਤਰ੍ਹਾਂ ਤੇ ਉਹਨੂੰ ਹੋਰ ਅਗਰ ਪਿੱਛੋਂ ਨਹੀਂ ਵੀ ਹੈ ਤਾਂ ਤੁਹਾਡੇ ਲਾਗੇ ਆ ਕੇ ਉਹਨੂੰ ਬਿਲਕੁਲ ਔਨ ਕਰ ਦਿੰਦੇ ਆ ਜੀ। ਉਹਦੇ ਨਾਲ ਤੁਹਾਡੀਆਂ ਅੱਖਾਂ ਝੁੰਦੇ ਆ ਜਾਂਦੀਆਂ ਨੇ ਔਰ ਐਕਸੀਡੈਂਟ ਦਾ ਉਹ ਕਾਰਨ ਬਣਦੇ ਨੇ। ਔਰ ਪ੍ਰੋਫੈਸਰ ਸਾਹਿਬ ਨੇ ਇੱਕ ਬਹੁਤ ਵਧੀਆ ਉਹਦੇ ਪ੍ਰਤੀ ਕੰਮ ਕੀਤਾ ਅਤੇ ਆਓ ਉਹਨਾਂ ਨੂੰ ਅੱਜ ਦੇ ਇਸ ਪ੍ਰੋਗਰਾਮ ਵਿੱਚ ਜੀ ਆਇਆਂ ਕਹਿੰਦੇ ਹਾਂ, ਵੈਲਕਮ ਕਹਿੰਦੇ ਹਾਂ। ਪ੍ਰੋਫੈਸਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਔਰ ਤੁਹਾਨੂੰ ਵੈਲਕਮ ਕਹਿੰਦੇ ਹਾਂ, ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਗੁਰਸ਼ਰਨ ਭਾਜੀ, ਤੁਹਾਡੀ ਸਾਰੀ ਟੀਮ ਨੂੰ ਅਤੇ ਮਾਈ ਰੇਡੀਓ 580 AM ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਬਹੁਤ ਲੰਬੇ ਸਮੇਂ ਨਾਲ ਬਹੁਤ ਦੇਰ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ ਪ੍ਰੋਫੈਸਰ ਸਾਹਿਬ। ਔਰ ਮੈਂ ਤੁਹਾਡੀ ਅਖਬਾਰ 'ਚ ਖਬਰ ਪੜ੍ਹੀ, ਮੈਨੂੰ ਪੜ੍ਹ ਕੇ ਬੜਾ ਚੰਗਾ ਲੱਗਾ, ਬੜਾ ਮਾਣ ਮਹਿਸੂਸ ਹੋਇਆ। ਔਰ ਸਭ ਤੋਂ ਪਹਿਲਾਂ ਆਪਣੇ ਬਾਰੇ ਦੱਸੋ ਕਿ ਮੈਂ ਵੈਸੇ ਥੋੜ੍ਹੀ ਜਿਹੀ ਬਰੀਫ ਡਿਸਕ੍ਰਿਪਸ਼ਨ ਦਿੱਤੀ ਹੈ ਕਿ ਤੁਸੀਂ IK ਯੂਨੀਵਰਸਿਟੀ ਦੇ ਵਿੱਚ ਹੈੱਡ ਆਫ ਦੀ ਡਿਪਾਰਟਮੈਂਟ ਆਫ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਵਿੱਚ, ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੇ ਵਿੱਚ ਥੋੜ੍ਹਾ ਜਿਹਾ ਆਪਣੇ ਬਾਰੇ ਔਰ ਆਪਣੀ ਯੂਨੀਵਰਸਿਟੀ ਦੇ ਬਾਰੇ ਥੋੜ੍ਹਾ ਜਿਹਾ ਦੱਸੋ ਜੀ ਸਾਨੂੰ। ਇਸ ਤਰ੍ਹਾਂ ਕਿ ਸਾਡੀ ਜੋ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੈ ਤੇ ਪੰਜਾਬ ਦੇ ਵਿੱਚ 1997 ਦੇ ਵਿੱਚ ਜੋ ਟੈਕਨੀਕਲ ਐਜੂਕੇਸ਼ਨ ਨੂੰ ਜਿਹੜਾ ਹੁੰਗਾਰਾ ਦੇਣ ਵਾਸਤੇ ਪੰਜਾਬ ਗੌਰਮੈਂਟ ਨੇ 1997 ਵਿੱਚ ਯੂਨੀਵਰਸਿਟੀ ਸਟੈਬਲਿਸ਼ ਕੀਤੀ ਸੀ। ਠੀਕ ਹੈ ਜੀ। ਇਸ ਤੋਂ ਪਹਿਲਾਂ ਸਾਡੇ ਕੋਲ ਪੰਜਾਬ ਦੇ ਵਿੱਚ 2 ਇੰਜੀਨੀਅਰਿੰਗ ਕਾਲਜ ਸਨ, ਥਾਪਰ ਔਰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ। ਹਾਂਜੀ। ਤੇ ਕਾਫੀ ਸਾਡੇ ਜਿਹੜੇ ਉਸ ਟਾਈਮ ਦੇ ਯੰਗ ਸਟੂਡੈਂਟ ਸੀ ਉਹਨਾਂ ਨੂੰ ਕਈ ਵਾਰੀ ਇੰਜੀਨੀਅਰਿੰਗ ਕਰਨ ਬਾਹਰ ਵੀ ਜਾਣਾ ਪੈਂਦਾ ਸੀ। ਤੇ ਉਸ ਤੋਂ ਬਾਅਦ ਇੱਕ ਪੰਜਾਬ ਸਰਕਾਰ ਦਾ ਇਹ ਉਪਰਾਲਾ ਸੀ ਕਿ ਕਿਉਂ ਨਾ ਇੱਕ ਟੈਕਨੀਕਲ ਯੂਨੀਵਰਸਿਟੀ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਜਾਵੇ ਜੋ ਸਿਰਫ ਟੈਕਨੀਕਲ ਡਿਗਰੀਆਂ ਹੀ ਦੇਵੇ ਤੇ ਨਾਲ ਉਹਦੇ ਅਫੀਲੀਏਟਡ ਕਾਲਜਸ ਹੋਣ। ਠੀਕ ਹੈ। ਤੇ ਉਹਦਾ ਬੜਾ ਪਸਾਰਾ ਹੋਇਆ ਕਿ ਜਿਸ ਤਰ੍ਹਾਂ ਪਹਿਲਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਗ੍ਰੀਨ ਰੈਵੋਲੂਸ਼ਨ ਲਿਆਂਦੀ, ਇਸੇ ਤਰ੍ਹਾਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਇੰਨੇ ਕਾਲਜ ਖੋਲ੍ਹੇ ਤੋਂ ਉਸ ਤੋਂ ਬਾਅਦ ਇੱਕ ਟੈਕਨੀਕਲ ਰੈਵੋਲੂਸ਼ਨ ਵੀ ਪੰਜਾਬ ਦੇ ਵਿੱਚ ਆਈ ਕਿ ਇਸ ਯੂਨੀਵਰਸਿਟੀ ਦਾ ਬਹੁਤ ਯੋਗਦਾਨ ਹੈ। ਇਹ ਬੜੀ ਖਾਸ ਗੱਲ ਤੁਸੀਂ ਆਖਿਆ ਜੀ ਕਿ ਆਪਾਂ ਬੜੇ ਪਛੜੇ ਸੀ। ਅਗਰ ਆਪਾਂ ਸਦਰਨ ਇੰਡੀਆ ਦੀ ਗੱਲ ਕਰੀਏ ਤੇ ਬਾਹਰ ਵਿਦੇਸ਼ਾਂ 'ਚ ਵੀ ਇੰਨੇ ਇੰਜੀਨੀਅਰ ਪੜ੍ਹ ਲਿਖ ਕੇ ਅਗਰ ਤੁਸੀਂ ਸਿਲਿਕਨ ਵੈਲੀ ਦੇਖੋ ਭਰੀ ਪਈ ਹੈ ਜੀ ਸਦਰਨ ਇੰਡੀਆ ਦੇ ਲੋਕਾਂ ਨਾਲ, ਅਤੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਟੈਕਨੀਕਲ ਐਜੂਕੇਸ਼ਨ ਜਿਹੜੀ ਉਹ ਕਾਫੀ ਪਛੜੀ ਸੀ। ਔਰ ਤੁਹਾਡੇ ਕਹਿਣ ਮੁਤਾਬਕ ਯੂਨੀਵਰਸਿਟੀ ਤੋਂ ਬਾਅਦ ਕਾਫੀ ਹੁਲਾਰਾ ਉਸ ਨੂੰ ਮਿਲਿਆ ਹੋਏਗਾ। ਬਹੁਤ ਜ਼ਿਆਦਾ, ਕਿਉਂਕਿ ਜਿਸ ਟਾਈਮ ਅਸੀਂ ਇੰਜੀਨੀਅਰਿੰਗ ਕਰ ਰਹੇ ਸੀ ਤਾਂ ਉਸ ਟਾਈਮ ਤਾਂ ਬੜੀਆਂ ਥੋੜ੍ਹੀ ਜਿਹੀਆਂ ਸਿਲੈਕਟਡ ਜਿਹੀਆਂ ਸੀਟਾਂ ਸੀ ਐਡਮਿਸ਼ਨ ਲੈਣਾ ਦੀ ਕਿ ਮਾਰਕਸ ਦਾ ਟੌਪਰ ਜਿਹੜੇ ਸੀ ਉਹਨਾਂ ਨੂੰ ਐਡਮਿਸ਼ਨ ਮਿਲਦੀ ਸੀ, ਬਾਕੀ ਬਹੁਤ ਬੱਚੇ ਜਿਹੜੇ ਆ ਉਹ ਰਹਿ ਜਾਂਦੇ ਸੀ। ਤੇ ਫਿਰ ਟੈਕਨੀਕਲ ਐਜੂਕੇਸ਼ਨ ਨੂੰ ਹੁੰਗਾਰਾ ਨਾਲ ਫਿਰ MBA, ਫਾਰਮੇਸੀ, ਆਰਕੀਟੈਕਟ, ਹੋਰ ਸਾਰੀਆਂ ਜਿੰਨੀਆਂ ਵੀ ਡਿਗਰੀਆਂ ਉਹਨਾਂ ਨੂੰ ਵੱਖਰੇ ਵੱਖਰੇ ਪੰਜਾਬ ਦੇ ਵਿੱਚ ਕਾਲਜ ਐਸਟੈਬਲਿਸ਼ ਹੋਏ। ਪੰਜਾਬ ਟੈਕਨੀਕਲ ਯੂਨੀਵਰਸਿਟੀ ਨਾਲ ਸੈਪਰੇਟਲੀ ਇੱਕ ਅਫੀਲੀਏਸ਼ਨ ਹੋਈ। ਤੇ ਮੈਂ ਇਹਦੇ ਨਾਲ ਹੋਰ ਜੋੜ ਦੇਵਾਂਗਾ ਕਿ ਉਹਦੇ ਨਾਲ ਇੱਕ ਪੰਜਾਬ 'ਚ ਹੋਰ ਟੈਕਨੀਕਲ ਯੂਨੀਵਰਸਿਟੀ ਵੀ ਆਈ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ। ਕਿ ਇਸ ਟਾਈਮ ਪੰਜਾਬ ਦੇ ਵਿੱਚ 2 ਪੰਜਾਬ ਸਰਕਾਰ ਦੀਆਂ ਟੈਕਨੀਕਲ ਯੂਨੀਵਰਸਿਟੀਜ਼ ਹੈਗੀਆਂ ਨੇ ਜਿਹੜੀਆਂ ਕਿ ਵੱਖਰੇ ਵੱਖਰੇ ਕਾਲਜਸ ਜਿਹੜੇ ਉਹਨਾਂ ਦੇ ਨਾਲ ਅਫੀਲੀਏਟਡ ਨੇ। ਥੋੜ੍ਹੀ ਜਿਹਾ ਹੈ ਜੀ ਵੇਰਵਾ, ਸਟਰੈਂਥ ਕਿੰਨੀ ਕੁ ਹੋਏਗੀ ਇਹਨਾਂ ਯੂਨੀਵਰਸਿਟੀ ਦੀ? ਸਟੂਡੈਂਟਸ ਕਿੰਨੇ ਕੁ ਨੇ ਜੀ ਐਟ ਅ ਟਾਈਮ ਇੱਥੇ ਪੜ੍ਹ ਰਹੇ ਜਿਹੜੇ? ਨਹੀਂ, ਐਕਚੁਅਲੀ ਇੱਦਾਂ ਹੈ ਕਿ ਸਾਡੀ ਯੂਨੀਵਰਸਿਟੀ ਜੋ ਹੈ ਨਾ ਇੱਕ ਤਾਂ ਕੈਂਪਸ ਹੈ, ਹਾਂਜੀ, ਬਾਕੀ ਅਫੀਲੀਏਟਡ ਕਾਲਜਸ ਤਾਂ ਸਾਡੇ ਨਾਲ ਬਹੁਤ ਜੁੜੇ ਨੇ, ਟੋਟਲ ਹਜ਼ਾਰਾਂ 'ਚ ਨੇ ਸਾਡੇ। ਅੱਛਾ ਜੀ, ਵੈਰੀ ਨਾਈਸ ਜੀ, ਬਹੁਤ ਵਧੀਆ। ਇੱਕ ਪ੍ਰੋਫੈਸਰ ਮੈਂ ਤੁਹਾਡੀ ਜਿਹੜੀ ਉਪਲਬਧੀ ਆ ਬੜੀ ਕਮਾਲ ਦੀ, ਉੱਥੇ ਮੈਂ ਆਉਣਾ ਸਰ ਜਾਣਨਾ ਚਾਹੁੰਦੇ ਅਗਰ ਤੁਸੀਂ ਯੂਨੀਵਰਸਿਟੀਜ਼ ਦੇਖੋ, ਕਾਲਜਸ ਵੇਖੋ, ਅਤੇ ਜੋ ਰੁਝਾਨ ਪਿਛਲੇ ਦਿਨਾਂ ਦੇ ਵਿੱਚ ਵਿਦੇਸ਼ 'ਚ ਪੜ੍ਹਨ ਦਾ ਪਿਆ ਉਹਦੇ ਨਾਲ ਖਾਲੀ ਹੋਣ ਦੇ ਕਿਨਾਰੇ ਬਹੁਤ ਸਾਰੇ ਕਾਲਜਸ ਅਤੇ ਯੂਨੀਵਰਸਿਟੀਜ਼ ਪਹੁੰਚ ਗਈਆਂ। ਟੈਕਨੀਕਲ ਯੂਨੀਵਰਸਿਟੀ ਨੂੰ ਕਿਸ ਤਰ੍ਹਾਂ ਇਹਦਾ ਕੋਈ ਫਰਕ ਪਿਆ ਹੈ ਕਿ ਸਟੂਡੈਂਟ ਦੀ ਸਟਰੈਂਥ ਇਨਫ ਹੈਗੀ ਆ ਕਾਲਜਸ ਅਤੇ ਯੂਨੀਵਰਸਿਟੀ ਦੇ ਵਿੱਚ?
ਨੇ ਕਾਫੀ ਫਰਕ ਪਿਆ ਜੋ ਪਿੱਛੇ 4-5 ਸਾਲ ਤੋਂ ਨਾ ਅਸੀਂ ਦੇਖ ਰਹੇ ਹਾਂ ਵੀ ਜਿਹੜੇ ਪੰਜਾਬ ਦਾ ਯੂਥ ਹੈ ਨਾ ਉਹ ਜੋ ਡਾਟਾ ਸੀ ਕਿ ਕੋਵਿਡ ਤੋਂ ਪਹਿਲਾਂ ਜਿਹੜਾ ਡਾਟਾ ਸੀ ਉਸ ਸਾਲ ਦੇ ਵਿੱਚ ਤਕਰੀਬਨ 1,70,000 ਬੱਚੇ ਜਿਹੜੇ ਸੀਗੇ ਉਹਨਾਂ ਨੇ ਫੋਰਨ 'ਚ ਐਡਮਿਸ਼ਨ ਲਈ। ਕੀ ਬਾਤ ਹੈ। ਤੇ ਕਾਫੀ ਫਰਕ ਪਿਆ, ਬਟ ਇਹ ਹੈ ਕਿ ਸਾਡੀ ਐਡਮਿਸ਼ਨ ਤੇ ਜੋ ਪੰਜਾਬ ਦੇ ਵਿੱਚ ਐਫੀਲੀਏਟਡ ਕਾਲਜਸ ਆ ਜਾਂ ਯੂਨੀਵਰਸਿਟੀ ਆ ਉਸ ਤੇ ਵੀ ਕਾਫੀ ਫਰਕ ਪਿਆ। ਪਰ ਉਹਦੇ ਨਾਲ ਇੱਕ ਹੋਰ ਹੋਇਆ ਕਿ ਜਿਹੜੀਆਂ ਨਾਰਥ ਈਸਟ ਸਟੇਟਸ ਨੇ ਸਾਡੀਆਂ, ਹਾਂਜੀ, ਜਿੱਥੇ ਕਿ ਟੈਕਨੀਕਲ ਐਜੂਕੇਸ਼ਨ ਦਾ ਜੇ ਇੰਨਾ ਪਸਾਰ ਨਹੀਂ ਸੀ, ਉਹਨਾਂ ਤੋਂ ਬੱਚੇ ਯੂਪੀ, ਬਿਹਾਰ, ਜਿੰਨੀਆਂ ਮਨੀਪੁਰ ਅਗਲੀਆਂ ਨਾਰਥ ਈਸਟ ਸਟੇਟਸ ਨੇ, ਉਹਨਾਂ ਤੋਂ ਬੱਚੇ ਸਾਡੇ ਕੋਲ ਆ ਕੇ ਐਡਮਿਸ਼ਨ ਲੈਂਦੇ ਨੇ। ਪਰ ਸਾਡੇ ਵਾਲੇ ਤਕਰੀਬਨ ਹੁਣ ਜੇ ਕਹਿ ਲਓ ਵੀ 50-50 ਹੈ। ਤੇ ਬਾਕੀ ਰੁਝਾਨ ਜਿਹੜਾ ਹੈ ਉਹ ਤਕਰੀਬਨ ਪਿਛਲੇ 2-3 ਸਾਲ ਤੋਂ ਕਾਫੀ ਫੋਰਨ ਯੂਨੀਵਰਸਿਟੀ 'ਚ ਐਡਮਿਸ਼ਨ ਹੋਈ ਹੈ। ਤੇ ਉਹ ਇੱਕ ਟ੍ਰੈਂਡ ਜੋ ਨਵਾਂ ਹੈ। ਹਾਂਜੀ ਹਾਂਜੀ, ਸਾਡੇ ਟਾਈਮ ਜਦੋਂ ਅਸੀਂ ਪੜ੍ਹਦੇ ਸੀ ਉਦੋਂ ਥੋੜਾ ਜਿਹਾ ਵਰਡ ਇੱਕ ਲਫ਼ਜ਼ ਕਿਹਾ ਜਾਂਦਾ ਸੀ ਵੀ ਬ੍ਰੇਨ ਡਰੇਨ ਹੋ ਰਿਹਾ, ਵੀ ਪੜ੍ਹ ਕੇ ਤੇ ਫੇਰ ਜਾ ਰਹੇ ਸੀ। ਬਟ ਹੁਣ ਟ੍ਰੈਂਡ ਇਹ ਹੋ ਗਿਆ ਕਿ ਉਹ ਬ੍ਰੇਨ ਡਰੇਨ ਨਹੀਂ ਹੈ, ਹੁਣ ਇਹ ਹੋ ਗਿਆ ਵੀ ਅਸੀਂ +2 ਜਾਂ 10th ਤੋਂ ਬਾਅਦ ਹੀ ਡਿਗਰੀ ਜਿਹੜੀ ਆ ਫੋਰਨ ਯੂਨੀਵਰਸਿਟੀ 'ਚ ਕਰਨੀ। ਇਹ ਟ੍ਰੈਂਡ ਦੇ ਵਿੱਚ ਕਾਫੀ ਚੇਂਜ ਆਇਆ। ਬਿਲਕੁਲ ਠੀਕ ਹੈ, ਬਿਲਕੁਲ। ਇਹ ਸਾਡੇ ਪੰਜਾਬ ਦਾ ਤਕਰੀਬਨ ਕਾਫੀ ਇਹ ਟ੍ਰੈਂਡ ਗਿਆ ਹੈ। ਬਾਕੀ ਡਿਪੈਂਡਸ ਅਪੋਨ ਕਿ ਵਰਲਡ ਵਾਈਡ, ਇਹ ਵਰਲਡ ਵਾਈਡ ਹੀ ਹੈ ਕਿ ਅੱਜ ਕੱਲ੍ਹ ਜੋ ਮੇਨਲੀ ਆਫਟਰ ਸਟੱਡੀਜ਼ ਹਰ ਇੱਕ ਸੋਚਦਾ ਹੈ ਕਿ ਮੈਨੂੰ ਕੋਈ ਵਧੀਆ ਇੰਪਲਾਇਮੈਂਟ ਮਿਲੇ, ਤੇ ਜੋ ਇੰਪਲਾਇਮੈਂਟ ਵਾਲਾ ਫੈਕਟਰ ਹੈ ਉਹਨੂੰ ਦੇਖ ਕੇ ਅਕੋਰਡਿੰਗਲੀ ਜਿਹੜਾ ਬੱਚਾ ਹੈ ਉਹ ਦੁਨੀਆ ਤੇ ਇਸ ਟਾਈਮ ਦੁਨੀਆ ਤੇ ਉਹ ਕਿਤੇ ਵੀ ਸੈਟਲ ਹੋਣਾ ਚਾਹੁੰਦਾ ਜਿੱਥੇ ਕਿ ਉਹਦੀ ਇੰਪਲਾਇਮੈਂਟ ਵਧੀਆ ਹੋ ਜਾਵੇ। ਕਿਉਂਕਿ ਗਲੋਬਲਾਈਜੇਸ਼ਨ ਦਾ ਜ਼ਮਾਨਾ ਆ ਗਿਆ ਹੁਣ। ਰੀਜ਼ਨ ਨਹੀਂ ਹੈ ਕਿ ਮੈਂ ਪੰਜਾਬ 'ਚ ਜੋਬ ਕਰਨੀ ਹੈ, ਮੈਂ ਇੰਡੀਆ 'ਚ ਜੋਬ ਕਰਨੀ ਹੈ। ਹਾਂਜੀ, ਤੇ ਜਦੋਂ ਦਾ ਇੰਟਰਨੈਸ਼ਨਲ ਮੀਡੀਆ ਵੀ ਆਇਆ, ਸੋਸ਼ਲ ਮੀਡੀਆ ਆਇਆ, ਸਾਰੀ ਅਵੇਅਰਨੈਸ ਹੋਈ ਹੈ। ਤੇ ਹੁਣ ਵਰਲਡ ਵਾਈਡ ਜੇ ਕਹਿ ਲਓ ਵੀ ਗਲੋਬਲਾਈਜੇਸ਼ਨ ਦਾ ਜ਼ਮਾਨਾ ਹੈ, ਪੜ੍ਹਨ ਦਾ ਵੀ ਤੇ ਗਾਂ ਇੰਪਲਾਇਮੈਂਟ ਲੈਣ ਦਾ ਵੀ। ਪ੍ਰੋਫੈਸਰ ਸਾਹਿਬ, ਜਿਹੜਾ ਇਹ ਜਿਹੜੀ ਬੜੀ ਤੁਸੀਂ ਵਧੀਆ ਗੱਲ ਆਖੀ ਜੀ ਕਿ ਹੁਣ ਗਲੋਬਲਾਈਜ਼ ਹੋ ਗਿਆ, ਪਤਾ ਕੋਈ ਫਰਕ ਹੀ ਨਹੀਂ ਪੈਂਦਾ ਤੂੰ ਕਿੱਥੇ ਜੋਬ ਕਰਨੀ, ਲੇਕਿਨ ਇਹ ਹਰ ਕੋਈ ਚਾਹੁੰਦਾ ਕਿ ਚੰਗੀ ਓਪਰਚੁਨਿਟੀਜ਼ ਹੋਣ, ਵਧੀਆ ਤਰੀਕੇ ਨਾਲ ਮੈਂ ਜ਼ਿੰਦਗੀ ਦੀ ਗੁਜ਼ਰ ਬਸਰ ਕਰ ਸਕਾਂ। ਪਰ ਕੋਈ ਫੋਰਨ ਯੂਨੀਵਰਸਿਟੀ ਨਾਲ ਐਫੀਲੀਏਸ਼ਨ ਦਾ ਦੌਰ ਵੀ ਚੱਲਿਆ ਜੀ ਪੰਜਾਬ ਦੀਆਂ ਟੈਕਨੀਕਲ ਜਾਂ ਅਦਰਵਾਈਜ਼ ਯੂਨੀਵਰਸਿਟੀ ਜਾਂ ਕਾਲਜਿਸ ਦਾ, ਕੋਈ ਇਹੋ ਜਿਹੀ ਐਫੀਲੀਏਸ਼ਨ ਵੀ ਸਾਹਮਣੇ ਆ ਰਹੀ ਕਿ ਸਿਰਫ ਜਿਹੜੇ ਰਿਸੋਰਸਿਸ ਦਾ ਬਾਹਰ ਜਾਣੇ? ਅਸੀਂ ਕਾਫੀ ਯੂਨੀਵਰਸਿਟੀਆਂ ਦੇ ਨਾਲ MOU ਸਾਈਨ ਕੀਤੇ ਹੋਏ ਨੇ। ਓਕੇ। ਤੇ ਅਫੀਲੀਏਸ਼ਨ ਇਸ ਤਰ੍ਹਾਂ ਹੈ ਕਿ ਅਸੀਂ ਲਾਸਟ ਟਾਈਮ ਇੱਕ ਐਕਸਪੈਰੀਮੈਂਟ ਤੌਰ ਤੇ ਕਹਿ ਲਓ ਅਸੀਂ MOU ਸਾਈਨ ਕੀਤੇ ਸੀ ਕਿ ਸੌਫਟਵੇਅਰ ਇੰਜੀਨੀਅਰਿੰਗ ਦੀ ਜੋ ਡਿਗਰੀ ਹੈ ਉਹ 2 ਸਾਲ ਬੱਚੇ ਇੱਥੇ ਕਰਨਗੇ। ਓਕੇ। ਤੇ 2 ਸਾਲ ਉਹ ਕੈਨੇਡੀਅਨ ਯੂਨੀਵਰਸਿਟੀ ਦੇ ਵਿੱਚ ਕਰਨਗੇ। ਓਕੇ। ਇਸ ਤਰ੍ਹਾਂ ਦਾ ਅਸੀਂ ਕੋਈ ਇਸ ਤਰ੍ਹਾਂ ਦਾ ਵੀ ਬਣਾ ਰਹੇ ਹਾਂ ਕਿ ਕੋਵਿਡ ਕਰਕੇ ਥੋੜ੍ਹਾ ਜਿਹਾ ਡਿਲੇ ਹੋ ਗਿਆ, ਨਹੀਂ ਤਾਂ ਮੈਂ ਇੱਕ ਟੂਰ ਪ੍ਰੋਗਰਾਮ ਵੀ ਬਣਾਇਆ ਸੀ ਕਿ ਜਿਹੜਾ ਯੂਨੀਵਰਸਿਟੀਆਂ ਦੇ ਨਾਲ ਅਸੀਂ MOU ਸਾਈਨ ਕੀਤੇ ਨੇ ਉਹਨਾਂ ਨਾਲ ਇੱਕ ਉੱਥੇ ਜਾ ਕੇ ਉਹਨਾਂ ਦੇ ਟੀਚਰਸ ਦੇ ਨਾਲ ਮੀਟਿੰਗ ਕੀਤੀ ਜਾਵੇ, ਤਾਂ ਜੋ ਇੱਕ ਐਕਸਟਰਨਲ ਪ੍ਰੋਗਰਾਮ ਉੱਥੋਂ ਦੇ ਟੀਚਰ ਸਾਡੇ ਕੋਲ ਆ ਕੇ ਬੱਚਿਆਂ ਨੂੰ ਪੜ੍ਹਾਉਣ ਜਾਂ ਸਾਡੇ ਜਿਹੜੇ ਐਕਸਪਰਟਾਈਜ਼ ਨੇ ਉਹ ਉੱਥੇ ਜਾ ਕੇ ਪੜ੍ਹਾਉਣ, ਕੋਈ ਇਸ ਤਰ੍ਹਾਂ ਦੀ ਇੰਟਰੈਕਸ਼ਨ ਹੋਏ, ਦੈਨ ਕਿ ਦੈਟ ਇਜ਼ ਕਿ ਨੌਲੇਜ ਸ਼ੇਅਰਿੰਗ ਹੋਏ। ਡੈਫੀਨਿਟਲੀ। ਤੇ ਇਹ ਵਾਲਾ ਜੋ ਸਾਡਾ ਹੈ ਸੌਫਟਵੇਅਰ ਇੰਜੀਨੀਅਰਿੰਗ ਵਾਲਾ, ਉਸ 'ਚ ਕਾਫੀ ਐਡਮਿਸ਼ਨ ਹੋਈ ਕਿ ਇੱਥੇ ਪਹਿਲਾਂ ਡਿਗਰੀ 2 ਸਾਲ ਵਾਸਤੇ ਤੇ ਸਿਲੇਬਸ ਕਾਮਨ ਹੈ ਦੋਨਾਂ ਦੇ ਵਿੱਚ, ਤੇ ਜਿਹੜੀ ਡਿਗਰੀ ਅਵਾਰਡ ਹੋਏਗੀ 2 ਸਾਲ ਬਾਅਦ ਉਹ ਫੋਰਨ ਦੀ ਯੂਨੀਵਰਸਿਟੀ 'ਚ ਹੋਏਗੀ। ਜੇ ਕੋਈ ਇੰਡੀਅਨ ਜਿਸ ਟਾਈਮ ਉਹ ਇੰਡੀਆ ਦੇ ਵਿੱਚ ਸਾਡੀ ਯੂਨੀਵਰਸਿਟੀ 'ਚ ਪੜ੍ਹੇਗਾ ਉਦੋਂ ਜੋ ਉਹਦੀ ਫੀਸ ਹੈ ਇੰਡੀਅਨ ਸਟਰਕਚਰ ਹੋਏਗੀ, ਜਦੋਂ ਉਹ ਫੋਰਨ 'ਚ ਆਏਗਾ ਤਾਂ ਉਸ ਯੂਨੀਵਰਸਿਟੀ ਦਾ ਸਟਰਕਚਰ ਉਸ ਤੇ ਇੰਪਲੀਮੈਂਟ ਹੋਏਗਾ। ਡੈਫੀਨਿਟਲੀ। ਇਸ ਤਰ੍ਹਾਂ ਦੇ ਕਾਫੀ MOU ਅਸੀਂ ਸਾਈਨ ਕੀਤੇ ਹੋਏ ਨੇ ਜਿਨ੍ਹਾਂ ਨੂੰ ਪ੍ਰੈਕਟੀਕਲੀ ਹੁਣ ਅਸੀਂ ਹੌਲੀ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਜੇ ਉਹ ਬੱਚਾ ਇੱਕ ਸਿੱਧਾ ਜਾ ਰਿਹਾ, ਜੇ ਕੋਈ ਨਹੀਂ ਵੀ ਜਾਣਾ ਚਾਹੁੰਦਾ ਜਾਂ ਇੱਥੇ ਥੋੜ੍ਹਾ ਅਟਕ ਕੇ ਜਾਣਾ ਚਾਹੁੰਦਾ ਜਾਂ ਕੋਈ ਮਨੀ ਪ੍ਰੋਬਲਮ ਹੈ ਕਿਸੇ ਦੀ, ਉਹ ਇਸ ਤਰ੍ਹਾਂ ਮੈਨੇਜ ਹੋ ਜਾਏਗੀ। ਇਹਦੇ ਜਿਹੜੀ ਤੁਸੀਂ ਗੱਲ ਆਖੀ ਹੈ ਬਹੁਤ ਸਾਰੀਆਂ ਮੁਸ਼ਕਿਲਾਂ ਨੂੰ ਹੱਲ ਕਰ ਦਈਏ। ਇੱਕ ਤਾਂ ਬੱਚਾ ਥੋੜ੍ਹਾ ਜਿਹਾ ਮੈਚੋਰ ਹੋ ਕੇ ਬਾਹਰ ਆਏਗਾ, ਅਗਰ 2 ਸਾਲ ਇੱਥੋਂ ਦੀ ਯੂਨੀਵਰਸਿਟੀ ਲਾ ਕੇ ਆਉਂਦਾ, ਸਿੱਧਾ ਜੋ 12 ਗ੍ਰੇਡ ਕਰਕੇ ਆਉਂਦਾ ਤਾਂ ਕਈ ਵਾਰੀ ਬੱਚਾ ਇੱਥੇ ਆ ਕੇ ਭਟਕ ਜਾਂਦਾ ਜੀ, ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰ। ਦੂਜੀ ਗੱਲ ਮਨੀ, ਜਿਹੜੀ ਗੱਲ ਆਖੀ ਹੈ ਇੱਕ ਵੱਡਾ ਫੈਕਟਰ ਪਲੇ ਕਰੇਗੀ। ਫੋਰਨ ਸਟੂਡੈਂਟ ਦੀ ਬੜੀ ਫੀ ਹੈ, ਬਾਹਰਲੇ ਸਟਰਕਚਰ ਦੀ ਫੀ ਵੈਸੇ ਹੀ ਜ਼ਿਆਦਾ, ਅਤੇ ਅਦਰ ਦੈਨ ਦੈਟ ਜਿਹੜੀ ਇਹਦੇ ਵਿੱਚ ਇੱਕ ਹੋਰ ਪ੍ਰੋਬਲਮ ਬਹੁਤ ਵੱਡੀ ਰਿਜ਼ੋਲਵ ਹੋਏਗੀ ਅਗਰ ਇਹ ਕੰਮ ਚੱਲਦਾ। ਜਿਹੜੀ ਇੰਪੋਰਟੈਂਸ ਹੈ
ਸਾਡੀਆਂ ਇੱਥੇ ਲੋਕਲ ਯੂਨੀਵਰਸਿਟੀਜ਼ ਦੀ ਇੰਡੀਆ ਦੀ ਉਹ ਬਣੀ ਰਹੇਗੀ, ਬਰਕਰਾਰ ਰਹੇਗੀ। ਅਗਰ ਤੁਸੀਂ ਇਹੋ ਜਿਹਾ ਕੋਈ ਪ੍ਰੋਗਰਾਮ ਬਣਾਉਂਦੇ ਹੋ ਤਾਂ ਅਲਬਰਟਾ ਜ਼ਰੂਰ ਆਉਣਾ ਜੀ। ਅਲਬਰਟਾ ਦੇ ਵਿੱਚ ਚੰਗੀ ਯੂਨੀਵਰਸਿਟੀਜ਼ ਨੇ, ਤੁਹਾਡੇ ਚੰਗੇ ਤਰੀਕੇ ਨਾਲ ਇੱਥੇ ਗੱਲਬਾਤ ਕਰਾਵਾਂਗੇ ਜੀ ਉਹਨਾਂ ਨਾਲ। ਇਹਨੂੰ ਵੈਸੇ ਅਸੀਂ ਜੇ ਦੇਖਿਆ ਜਾਵੇ ਤੇ ਇਹਨੂੰ ਕਹਿੰਦੇ ਨੇ ਕਿ ਰਿਵਰਸ ਇੰਜੀਨੀਅਰਿੰਗ ਕਰਨਾ। ਹਾਂਜੀ ਹਾਂਜੀ ਹਾਂਜੀ। ਵੀ ਤੁਸੀਂ ਨਾ ਪਹਿਲਾਂ ਰਿਵਰਸ ਇੰਜੀਨੀਅਰਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਆਊਟਕਮ ਦੇਖੋ ਵੀ ਉੱਥੋਂ ਦੀ ਕੀ ਡਿਮਾਂਡ ਹੈ, ਇੰਡਸਟਰੀ ਦੀ ਕੀ ਡਿਮਾਂਡ ਹੈ, ਯੈਸ, ਇੰਡਸਟਰੀ ਕੀ ਚਾਹੁੰਦੀ ਹੈ, ਫਿਰ ਜੇ ਉਸ ਇੰਡਸਟਰੀ ਵਾਸਤੇ ਕਿਸ ਤਰ੍ਹਾਂ ਦੇ ਆਪਾਂ ਇੰਜੀਨੀਅਰ ਜਿਹੜੇ ਪ੍ਰੋਡਿਊਸ ਕਰਨੇ ਨੇ, ਕਿਉਂਕਿ ਟ੍ਰੈਂਡ ਜਿਹੜਾ ਹੈ ਹਰ ਫੀਲਡ ਦੇ ਵਿੱਚ ਬਹੁਤ ਜਲਦੀ ਚੇਂਜ ਹੋ ਰਿਹਾ ਕਿਉਂਕਿ ਟੈਕਨੋਲੋਜੀ ਹੈ। ਯੈਸ, ਫਿਰ ਉਹਨਾਂ ਦੀ ਰਿਕੁਆਇਰਮੈਂਟ ਉਹਨਾਂ ਕੋਲ ਉਸ ਯੂਨੀਵਰਸਿਟੀ ਕੋਲ ਜੋ ਇਨਫਰਾਸਟਰਕਚਰ ਅਵੇਲੇਬਲ ਹੈ, ਹਾਂਜੀ, ਤੇ ਫਿਰ ਉਸੇ ਤਰ੍ਹਾਂ ਹੀ ਅਸੀਂ ਜਿਹੜਾ ਸਟੂਡੈਂਟ ਇੱਥੋਂ ਹੋਏਗਾ ਉਹਨੂੰ ਪਹਿਲਾਂ ਕਲੀਅਰ ਹੋਏਗਾ ਕਿ ਮੇਰਾ ਇਹ ਫੀਲਡ ਹੈ, ਇਹਦੀ ਉੱਥੇ ਡਿਮਾਂਡ ਹੈ, ਇਹ ਫੀਲਡ ਦੇ ਵਿੱਚ ਮੈਨੂੰ ਇੱਥੇ ਇੰਨਾ ਕਰਨਾ ਪਏਗਾ, ਫਿਰ ਉੱਥੇ ਜਾ ਕੇ ਮੈਨੂੰ ਇਹ ਮਿਹਨਤ ਕਰਨੀ ਪਏਗੀ। ਇੱਕ ਉਹਦਾ ਟਾਰਗੇਟ ਡਿਫਾਈਨਡ ਹੋ ਜਾਏਗਾ। ਅਦਰਵਾਈਜ਼ ਕੀ ਹੈ ਕਿ ਜਦੋਂ ਟਾਰਗੇਟ ਡਿਫਾਈਨਡ ਹੀ ਹੈ ਨਾ, ਤੇ ਫਿਰ ਉਹ ਜਦੋਂ ਜਰਨਲਾਈਜ਼ ਜਾਂ ਕਿਤੇ ਵੀ ਕਿਸੇ ਫੀਲਡ ਨੂੰ ਸਿਲੈਕਟ ਕਰ ਲੈਂਦਾ ਤੇ ਆਫਟਰ ਜਦੋਂ ਉਹਨੂੰ ਪਾਸ ਆਊਟ ਕਰ ਲੈਂਦਾ ਤੇ ਫਿਰ ਉਹ ਕਈ ਵਾਰੀ ਨਾ ਭਟਕ ਜਾਂਦਾ ਵੀ ਮੈਂ ਹੁਣ ਇਸ ਤੋਂ ਬਾਅਦ ਕਿੱਧਰ ਜਾਵਾਂ ਜਾਂ ਕਿਸ ਪਾਸੇ ਜਾਵਾਂ। ਜੇ ਡਾਇਰੈਕਸ਼ਨ ਕਲੀਅਰ ਹੋਏ ਉਹਦੀ ਇੰਪਲਾਇਮੈਂਟ ਜਾਂ ਉਹਨੂੰ ਕੁਛ ਇਸ ਤਰ੍ਹਾਂ ਦਾ ਆਸਰਾ ਕਲੀਅਰ ਹੋਵੇ ਤਾਂ ਦੈਨ ਉਹ ਬੈਟਰ ਵੇ ਨਾਲ ਔਰ ਮੈਂਟਲੀ ਪ੍ਰਿਪੇਅਰ ਹੋਏਗਾ ਤੇ ਖੁਸ਼ ਹੋ ਕੇ ਉਹ ਆਪਣਾ ਜਿਹੜਾ ਹੈ ਕੰਮ ਕਰੇਗਾ। ਇਹ ਤੁਸੀਂ ਬਹੁਤ ਵਧੀਆ ਗੱਲ ਕਹੀ ਜੀ। ਇੱਕ ਐਕਸਪਲੋਇਟੇਸ਼ਨ ਬਹੁਤ ਹੈ ਬਾਹਰ ਨੂੰ, ਜੋ ਯੂਨੀਵਰਸਿਟੀਆਂ ਵਿੱਚ ਬੱਚੇ ਪੜ੍ਹਨ ਆਉਂਦੇ ਨੇ 12 ਗ੍ਰੇਡ ਤੋਂ ਬਾਅਦ, ਜਦੋਂ ਇੱਕ ਤੁਹਾਡੀ ਐਫੀਲੀਏਸ਼ਨ ਹੋਵੇਗੀ, ਬੱਚਾ ਇੱਕ ਬਿਲਕੁਲ ਸਹੀ ਅਪਰੋਚ ਲੈ ਕੇ ਆਪਣੀ ਟਾਰਗੇਟਡ ਜਿਹੜੀ ਉਹਨਾਂ ਦੀ ਐਜੂਕੇਸ਼ਨ ਉਹ 'ਚ ਜਾਵੇਗਾ ਔਰ ਲੋਕਲ ਯੂਨੀਵਰਸਿਟੀਆਂ ਦੇ ਵਿੱਚ ਪਹਿਲੇ 2 ਸਾਲ ਲਾਉਣ ਤੋਂ ਬਾਅਦ ਮੁੜ ਕੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਹੈ ਨਾ ਜੀ ਏਜੰਟਸ ਦੀ ਅਤੇ ਜਿਹੜੇ ਵੱਖ-ਵੱਖ ਤਰੀਕੇ ਨਾਲ ਉਹਨਾਂ ਦੀ ਐਕਸਪਲੋਇਟੇਸ਼ਨ ਹੁੰਦੀ, ਮਨੀ ਵਾਈਜ਼ ਵੀ ਅਦਰਵਾਈਜ਼ ਵੀ, ਉਹ ਤੋਂ ਬਚਾਅ ਜਿਹੜਾ ਰਹਿ ਸਕਦਾ। ਨਹੀਂ, ਉਹਨਾਂ ਇੱਥੇ ਮੈਂ ਤੁਹਾਨੂੰ ਐਡ ਕਰਾਂਗਾ ਵੀ ਉਹਨੂੰ ਕਿਸੇ ਨਾਲ ਆਲੇ ਦੁਆਲੇ ਗੱਲ ਕਰਨ ਦੀ ਜ਼ਰੂਰਤ ਹੀ ਨਹੀਂ। ਬਿਲਕੁਲ, ਕਿਉਂਕਿ ਉਹ ਯੂਨੀਵਰਸਿਟੀ ਨੇ ਡਾਇਰੈਕਟਲੀ ਪਹਿਲਾਂ ਉਹਦੀ ਐਡਮਿਸ਼ਨ ਦਾ ਡਿਟੇਲ ਆਲਰੇਡੀ ਫੋਰਨ ਯੂਨੀਵਰਸਿਟੀ ਕੋ ਹੋਏਗਾ, ਐਮਬੈਸੀ ਕੋ ਜਿੰਨੇ ਵੀ ਡਾਕੂਮੈਂਟ ਹੋਣਗੇ, ਅਥੈਂਟਿਕਲ ਡਾਕੂਮੈਂਟ ਹੋਣਗੇ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀਜ਼ਾ ਲੈਣ ਦੀ ਪ੍ਰੋਬਲਮ ਜਾਂ ਕਿਸੇ ਨਾਲ ਕੰਸਲਟ ਕਰਨ ਦੀ ਪ੍ਰੋਬਲਮ, ਤੇ ਉਹ ਸਿੰਪਲੀ ਇਹ ਹੈ ਕਿ ਉਹਨੂੰ ਇਸ ਤਰ੍ਹਾਂ ਲੱਗਣਾ ਚਾਹੀਦਾ ਕਿ ਮੈਂ ਪਹਿਲਾਂ ਜਲੰਧਰ ਸੀ ਤੇ ਅੱਜ ਕੱਲ੍ਹ ਮੈਂ ਫੋਰਨ ਦੇ ਕਿਸੇ ਸਿਟੀ ਦੇ ਵਿੱਚ ਜਸਟ ਦਾ ਸੇਮ ਟਾਈਪ ਆਫ ਦਾ ਯੂਨੀਵਰਸਿਟੀ 'ਚ ਬੈਠਾ ਹੋਇਆ। ਉਹਨੂੰ ਹੋਸਟਲ ਵੀ ਪਹਿਲਾਂ ਹੀ ਅਲੋਕੇਟਡ ਹੈ, ਉਹਨੂੰ ਕਲਾਸ ਵੀ ਅਲੋਕੇਟਡ ਹੈ, ਉਹਦਾ ਟਾਈਮ ਟੇਬਲ ਵੀ ਅਲੋਕੇਟਡ ਆ, ਉਹਨੂੰ ਟੀਚਰਾਂ ਦਾ ਇੱਥੋਂ ਬੈਠਿਆ ਹੀ ਪਤਾ ਵੀ ਕਿਹੜੇ ਕਿਹੜੇ ਟੀਚਰ ਕਿਹੜਾ ਸਬਜੈਕਟ ਲੈਣਗੇ। ਜਦੋਂ ਇਹ ਸਾਰਾ ਕੁਛ ਕਲੀਅਰ ਹੋਏਗਾ ਤਾਂ ਉਹਨੂੰ ਲੱਗੇਗਾ ਵੀ ਜਸਟ ਆਈ ਹੈਵ ਟੂ ਕਿ ਜੋ ਵੀ 10-12 ਘੰਟੇ ਦਾ ਰਨ ਹੈ ਮੈਂ ਤਾਂ ਉੱਥੇ ਜਾਣਾ, ਅਦਰਵਾਈਜ਼ ਉਹ ਉਸੇ ਤਰ੍ਹਾਂ ਹੀ ਉਸ ਯੂਨੀਵਰਸਿਟੀ ਦੇ ਵਿੱਚ। ਨਾਲੇ ਉਹ ਇੱਕ ਹੋਰ ਚੀਜ਼ ਹੈ ਵੀ ਜਦੋਂ ਇੱਕ ਕਲਾਸ ਜਾਏਗੀ ਨਾ, ਉਹਦੇ ਵਿੱਚ ਸਪੋਜ਼ ਕਰੋ 30 ਸਟੂਡੈਂਟਸ ਨੇ, ਉਹਨਾਂ ਨੂੰ ਉੱਥੇ ਜਦੋਂ ਜਾਣਗੇ ਉਹਨੂੰ ਕਲਾਸ 'ਚ ਕੋਈ ਨਵੀਂ ਗੱਲ ਫੀਲ ਹੀ ਨਹੀਂ ਹੋਏਗੀ। ਉਹਨਾਂ ਨੂੰ ਲੱਗੇਗਾ ਕਿ ਉਹੀ ਕਲਾਸ ਹੈ, ਅੱਜ ਜਿਸ ਤਰ੍ਹਾਂ ਪਹਿਲਾਂ ਜਲੰਧਰ ਲੱਗੀ ਹੋਈ ਹੈ ਤੇ ਅੱਜ ਉਹ ਕੈਨੇਡਾ ਦੇ ਕਿਸੇ ਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਆਫਿਸ ਮੰਨ ਲਓ ਰੂਮ ਦੇ ਵਿੱਚ ਹੈ, ਕਲਾਸ ਰੂਮ ਦੇ ਵਿੱਚ ਲੱਗੀ ਹੋਈ ਹੈ। ਬਿਲਕੁਲ ਜੀ, ਹਾਂ। ਉਹਨਾਂ ਨਾਲ ਇਸ ਤਰ੍ਹਾਂ ਕਿ ਉਹਨਾਂ ਦੀ ਆਪਸ ਵਿੱਚ ਜਿਹੜੀ ਉਸੇ ਤਰ੍ਹਾਂ ਹੀ ਜੋ ਫਰੈਂਡਸ਼ਿਪ ਹੈ ਉਸੇ ਤਰ੍ਹਾਂ ਹੀ ਉਹ ਬੈਟਰ ਫੀਲ ਕਰਨਗੇ, ਕੌਨਫੀਡੈਂਟ ਹੋਣਗੇ, ਕਿਸੇ ਤਰ੍ਹਾਂ ਦੀ ਉਹਨਾਂ ਨੂੰ ਪਰੇਸ਼ਾਨੀ ਘੱਟ ਆਏਗੀ। ਬਿਲਕੁਲ, ਆਪਣੇ ਪੀਅਰਸ ਦੇ ਨਾਲ ਇੱਕ ਪੂਰੀ ਦੀ ਪੂਰੀ ਕਲਾਸ ਡੈਫੀਨੇਟਲੀ ਜੀ ਬਹੁਤ ਵਧੀਆ ਅਪਰੋਚ ਹੈ। ਅੱਜ ਦੀ ਗੱਲਬਾਤ ਬੜਾ ਚੰਗਾ ਲੱਗ ਰਿਹਾ ਜੀ। ਐਜੂਕੇਸ਼ਨ ਸਿਸਟਮ ਤੇ ਕਿਵੇਂ ਬਾਹਰ ਨੂੰ ਆਉਣ ਦਾ ਜਿਹੜਾ ਰੁਝਾਨ ਹੈ ਤੇ ਕਿਵੇਂ ਉਹਦੇ ਪ੍ਰਤੀ ਕੋਸ਼ਿਸ਼ਾਂ ਹੋ ਰਹੀਆਂ ਨੇ ਕਿ ਇੱਕ ਚੰਗੇ ਤਰੀਕੇ ਨਾਲ ਇੱਕ ਆਰਗੇਨਾਈਜ਼ ਤਰੀਕੇ ਨਾਲ ਉਸਨੂੰ ਜਿਹੜਾ ਯੂਨੀਵਰਸਿਟੀਜ਼ ਦੇ ਨਾਲ ਸਾਈਨ ਕਰਕੇ ਕਹਿੰਦੇ ਜੀ MOU ਸਾਈਨ ਹੋਏ ਨੇ, ਹੋਪਫੁਲੀ ਬਹੁਤ ਜਲਦ ਉਹ ਜਿਹੜੀਆਂ ਕਲਾਸਿਸ ਸ਼ੁਰੂ ਹੋਣ। ਪ੍ਰੋਫੈਸਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਜੀ। ਉਹਨਾਂ ਨੇ ਹੁਣੇ ਜਿਵੇਂ ਪਹਿਲਾਂ ਦੱਸਿਆ ਹੈ ਉਹਨਾਂ ਦੀਆਂ ਉਪਲਬਧੀਆਂ ਦੇ ਬਾਰੇ ਗੱਲਬਾਤ ਕਰਦੇ ਹਾਂ। ਪ੍ਰੋਫੈਸਰ ਸਾਹਿਬ, ਬੇਸ਼ੱਕ ਤੁਹਾਡਾ ਇਹ 3rd ਪੇਟੈਂਟ, ਮੈਨੂੰ ਜਿੱਥੇ ਤੱਕ ਮੈਂ ਖਬਰ ਪੜ੍ਹੀ ਹੈ, ਥੋੜ੍ਹੀ ਜਿਹੀ ਇਹਦੇ ਬਾਰੇ ਦੱਸੋਗੇ ਜੀ ਕਿ ਕਿਵੇਂ ਇਹ ਰਾਹਤ ਦੇਵੇਗਾ ਜਿਹੜਾ ਹਾਈ ਬੀਮ ਗੱਡੀਆਂ 'ਚ ਕਰ ਲਏ ਜਾਂਦੇ ਜੀ, ਤੁਹਾਡੀਆਂ ਅੱਖਾਂ ਜਿਹੜੀਆਂ ਨੇ ਉਹ ਕਹਿ ਲਓ ਜੀ ਕਿ ਇੰਨੀ ਰੌਸ਼ਨੀ ਪੈਂਦੀ ਆ ਉਹ ਕੁਛ ਦਿਖਦਾ ਹੀ ਨਹੀਂ, ਐਕਸੀਡੈਂਟ ਦਾ ਕਾਰਨ ਵੀ ਬਣਦੇ ਆ। ਇਹ ਕਿਵੇਂ ਪੋਸੀਬਲ ਹੋਵੇਗਾ ਕਿ ਉਹ ਤੋਂ ਬਚਿਆ ਜਾ ਸਕੇ ਜੀ? ਇਸ ਤਰ੍ਹਾਂ ਪਹਿਲਾਂ ਤਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਜੀ ਬੈਕਗਰਾਊਂਡ ਦੱਸਾਂਗਾ। ਜ਼ਰੂਰ ਜੀ। ਕਿ ਮੈਂ ਔਰ ਮੇਰੇ ਵਾਈਫ ਚੰਡੀਗੜ੍ਹ ਤੋਂ ਆ ਰਹੇ ਸੀ ਵਾਪਸ, ਤੇ ਜਦੋਂ ਅਸੀਂ, ਬੜੀ ਪੁਰਾਣੀ ਗੱਲ ਆ, ਜਦੋਂ ਅਸੀਂ ਰੋਪੜ ਲੰਘ ਰਹੇ ਸੀ, ਰੋਪੜ ਤੋਂ ਅੱਗੇ ਇੱਕ ਨਹਿਰ ਹੈ, ਤੇ ਮੈਨੂੰ ਲੱਗਦਾ ਕਿ ਰਾਤ ਦੇ ਉਦੋਂ ਹਨੇਰਾ ਸੀ ਤੇ ਮੈਨੂੰ ਲੱਗਦਾ 8-9 ਵਜੇ ਦਾ ਟਾਈਮ ਸੀਗਾ, ਸਰਦੀਆਂ ਦੇ ਦਿਨ ਸੀ ਸ਼ਾਇਦ।
ਤੇ ਉੱਥੇ ਇੱਕ ਕਾਫੀ ਸੜਕ ਤੇ ਮੋੜ ਜਿਹਾ ਆਇਆ ਤੇ ਇੱਕ ਡੀਲੈਕਸ ਬੱਸ ਵੋਲਵੋ ਟਾਈਪ ਬਹੁਤ ਫਾਸਟ ਆ ਰਹੀ ਸੀ ਤੇ ਉਹਦੇ ਬੜੇ ਬੀਮ ਹਾਈ, ਤੇ ਉਹਨੇ ਜਦੋਂ ਮੋੜ ਤੋਂ ਕੱਟ ਮਾਰਿਆ ਤੇ ਮੈਨੂੰ ਕੁਛ ਨਹੀਂ ਦਿਸਿਆ ਤੇ ਮੈਂ ਬੜੀ ਹਾਈ ਸਪੀਡ, ਮੇਰੀ ਵੀ ਗੱਡੀ ਸੀ, ਮੈਂ ਬਿਲਕੁਲ ਨੀਚੇ ਤਾਰ ਦਿੱਤੀ। ਮੈਨੂੰ ਇਹ ਲੱਗਿਆ ਵੀ ਇਹ ਗੱਡੀ ਮੇਰੀ ਇੰਨੀ ਜ਼ੋਰ ਨਾਲ ਨੀਚੇ ਜਦੋਂ ਆਈ ਆ, ਇਹ ਤਾਂ ਟੱਪ ਕੇ ਨਹਿਰ 'ਚ ਵੀ ਗਿਰ ਸਕਦੀ ਸੀ। ਬਿਲਕੁਲ, ਵੀ ਜੇ ਪਲਟ ਜਾਂਦਾ ਜਾਂ ਮੈਨੂੰ ਇੱਕ ਵਾਰੀ। ਉਹ ਤੋਂ ਬਾਅਦ ਮੈਂ ਜਦੋਂ ਬ੍ਰੇਕ ਲਗਾਈ ਤੇ ਮੈਂ ਵਾਈਫ ਨੂੰ ਕਿਹਾ, ਕਹਿੰਦੇ ਕੀ ਹੋ ਗਿਆ? ਮੈਂ ਕਿਹਾ ਸ਼ੁਕਰ ਕਰੋ ਵੀ ਆਪਾਂ ਬਚ ਗਏ। ਪਰ ਮੈਨੂੰ ਲੱਗ ਰਿਹਾ ਸੀ ਵੀ ਅੱਜ ਕੁਛ ਨਹੀਂ ਦਿਸ ਰਿਹਾ, ਜਾਂ ਤੇ ਸਾਈਡ ਤੇ ਕਿਤੇ ਲੱਗੇਗੀ ਜਾਂ ਇਹ ਬੱਸ 'ਚ ਲੱਗੇਗੀ, ਕਿਉਂਕਿ ਉਹ ਟ੍ਰਾਂਜੀਸ਼ਨ ਟਾਈਮ ਹੈ ਨਾ ਜਿਹੜਾ, ਉਹ ਜੇ ਕਹਿ ਲਓ ਫਰੈਕਸ਼ਨ ਆਫ ਸੈਕਿੰਡ ਦਾ ਹੀ ਹੁੰਦਾ ਜਦੋਂ ਪਾਸ ਆਨ ਕਰਦੇ ਹੋ ਐਕਸੀਡੈਂਟ ਟਾਈਮ। ਮੋਸਟਲੀ ਐਕਸੀਡੈਂਟ ਦਾ ਤਾਂ ਹੋਣ ਤੋਂ ਬਾਅਦ ਹੀ ਪਤਾ ਲੱਗਦਾ। ਹਾਂਜੀ, ਕਿਉਂਕਿ ਇਹ ਚੀਜ਼ ਤਾਂ ਬੰਦੇ ਦੇ ਮਾਇੰਡ ਦੇ ਵਿੱਚ ਕਈ ਵਾਰੀ ਆਉਂਦੀ ਨਹੀਂ। ਤੁਸੀਂ ਮੰਨੋਗੇ, ਮੈਂ ਕਾਰ ਨੂੰ ਰੋਕਿਆ ਤੇ ਮੇਰੀ ਹਾਰਟ ਬੀਟ ਇੰਨੀ ਜ਼ਿਆਦਾ ਤੇਜ਼ ਹੋ ਗਈ ਸੀ ਤੇ ਮੈਨੂੰ ਲੱਗਦਾ ਸੀ, ਕਹਿੰਦੇ ਵੀ ਚਲੋ ਡਰਾਈਵ ਕਰੋ। ਮੈਂ ਕਿਹਾ ਵੀ ਮੈਂ ਬੜੀ ਹੁਣ ਲੋ ਸਪੀਡ ਤੇ ਡਰਾਈਵ ਕਰਦਾ, ਪਰ ਮੈਨੂੰ ਪਹਿਲਾਂ 5 ਮਿੰਟ ਦਿਓ, ਮੈਂ ਆਪਣੇ ਆਪ ਨੂੰ ਜਿਹੜਾ ਸਟੇਬਲ ਕਰ ਲਵਾਂ। ਕਿਉਂਕਿ ਇੱਕ ਵਾਰੀ ਜੋ ਬੰਦੇ ਨੂੰ ਝਟਕਾ ਲੱਗਦਾ ਤੇ ਕਈ ਵਾਰੀ ਇਹ ਫੀਲ ਹੁੰਦਾ ਵੀ ਆਹ ਤਾਂ ਬਈ ਗਏ ਸੀ ਅੱਜ। ਫਿਰ ਮੈਨੂੰ ਨੈਕਸਟ ਡੇ, ਮੈਂ ਉਦੋਂ NIT ਜਲੰਧਰ ਕੰਮ ਕਰਦਾ ਸੀ, ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਹੈ ਸਾਡੇ ਇੱਧਰ ਵਿਧੀਪੁਰ ਫਾਟਕ ਦੇ ਲਾਗੇ, ਤੁਸੀਂ ਦੇਖਿਆ ਹੋਏਗਾ। ਉਸ ਟਾਈਮ ਮੇਰੀ ਪੋਸਟਿੰਗ ਉੱਥੇ ਸੀ, ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ, ਉਹਨੂੰ ਰੀਜਨਲ ਇੰਜੀਨੀਅਰਿੰਗ ਕਾਲਜ ਕਹਿੰਦੇ ਸੀ। ਫਿਰ ਮੇਰੇ ਵਾਈਫ ਵੀ ਡਾਕਟਰ ਨੇ, ਮੇਰੇ ਇੱਕ ਦਿਨ ਗੈਸਟ ਆਏ ਹੋਏ ਸੀ, ਉਹ ਵੀ ਡਾਕਟਰ ਨੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਦੇਖੋ ਇਹਦਾ ਕੰਟਰੋਲ ਜਿਹੜਾ ਆ ਉਹ ਇਲੈਕਟ੍ਰੋਨਿਕਸ ਦਾ, ਉਹ ਤਾਂ ਮੈਂ ਆਪਣੇ ਆਪ ਬਣਾ ਲੈਣਾ, ਮੈਨੂੰ ਕੋਈ ਥੋੜਾ ਜਿਹਾ ਹਿਊਮਨ ਆਈ ਬਾਰੇ ਦੱਸੋ। ਫਿਰ ਉਹਨਾਂ ਨੇ ਮੈਨੂੰ ਕੀਵਰਡ ਦਿੱਤੇ ਤੇ ਉਹ ਕੀਵਰਡ ਅਕਮੋਡੇਸ਼ਨ ਆਫ ਹਿਊਮਨ ਆਈ ਕਹਿੰਦੇ ਆ ਉਹਨੂੰ। ਠੀਕ ਹੈ। ਉਹ ਅਕਮੋਡੇਸ਼ਨ ਆਫ ਹਿਊਮਨ ਆਈ ਮੈਂ ਜਾ ਕੇ ਨੈਟ ਤੇ ਸਰਚ ਮਾਰਿਆ ਵੀ ਕਿਸ ਤਰ੍ਹਾਂ ਹਿਊਮਨ ਆਈ ਕੰਮ ਕਰਦੀ ਆ। ਮੇਰਾ ਡਾਇਰੈਕਟਲੀ ਫੀਲਡ ਤਾਂ ਨਹੀਂ, ਬਟ ਫਿਰ ਜਿਸ ਬੰਦੇ ਦਾ ਹਿਊਮਨ ਆਈ ਦੇ ਉੱਤੇ ਪੇਟੈਂਟਸ ਨੇ, ਜਿਨ੍ਹਾਂ ਨੇ ਉਹਦੇ ਤੇ ਵਰਕ ਕੀਤਾ ਵੀ ਆਈ ਦਾ ਬਿਹੇਵੀਅਰ, ਮੈਂ ਉਹ ਸਾਰਾ ਡਾਊਨਲੋਡ ਕੀਤਾ ਲਿਟਰੇਚਰ ਤੇ ਕਿਸ ਤਰ੍ਹਾਂ ਹਿਊਮਨ ਆਈ ਕੰਮ ਕਰਦੀ ਆ, ਅਕਮੋਡੇਸ਼ਨ ਆਈ। ਮੈਂ ਨਟਸ਼ੈਲ ਛੋਟਾ ਜਿਹਾ ਤੁਹਾਨੂੰ ਦੱਸਾਂਗਾ ਵੀ ਕਈ ਵਾਰੀ ਤੁਸੀਂ ਅੰਦਰ ਜਾਂਦੇ ਹੋ ਨਾ ਆਪਣੇ ਘਰ, ਅਜੇ ਬੱਤੀ ਨਹੀਂ ਜਗਾਉਂਦੇ, ਤੁਹਾਨੂੰ ਹਨੇਰਾ ਲੱਗਦਾ। ਬਿਲਕੁਲ। ਕੁਛ ਦੇਰ ਬਾਅਦ ਤੁਹਾਨੂੰ ਨਾ ਉੱਥੇ ਕੁਛ ਨਾ ਕੁਛ ਦਿਸਣਾ ਸ਼ੁਰੂ ਹੋ ਜਾਂਦਾ। ਡੈਫੀਨਿਟਲੀ। ਉਹ ਇਸ ਤਰ੍ਹਾਂ ਹੈ ਕਿ ਹਿਊਮਨ ਆਈ ਜਿਹੜੀ ਹੈ ਉਹ ਜਦੋਂ ਪਰਸੀਵ ਕਰਦੀ ਆ ਲਾਈਟ ਨੂੰ, ਉਹ ਆਪਣੀ ਅੰਦਰ ਜੋ ਹੈ ਅਕਮੋਡੇਟ ਕਰਦੀ ਹੈ ਤੇ ਉਹ ਥੋੜਾ ਜਿਹਾ ਟ੍ਰਾਂਜੀਸ਼ਨ ਟਾਈਮ ਲੈਂਦੀ ਆ ਤੇ ਫਿਰ ਉਹ ਲਾਈਟ ਉਸ ਹਿਸਾਬ ਨਾਲ ਅੱਖ ਦੇ ਵਿੱਚ ਓਨੀ ਜਾਂਦੀ ਹੈ ਤੇ ਤੁਹਾਨੂੰ ਦਿਖਣਾ ਜਿਹੜਾ ਵਿਜ਼ੂਅਲ ਜਿਹੜਾ ਜੇ ਫੋਕਸਿੰਗ ਨਹੀਂ ਹੈ, ਉਹ ਬੇਸਿਕਲੀ ਇਹ ਲਾਈਟ ਕੰਟਰੋਲ ਹੈ। ਫੋਕਸ ਤਾਂ ਅਸੀਂ ਕਰਦੇ ਹੀ ਹਾਂ ਡੈਫੀਨਿਟਲੀ, ਬਟ ਇਹ ਅਕਮੋਡੇਟ ਕਰਦੀ ਆ ਲਾਈਟ ਨੂੰ ਉਸ ਹਿਸਾਬ ਨਾਲ। ਅੱਛਾ, ਹੁਣ ਜਦੋਂ ਇਸੇ ਤਰ੍ਹਾਂ ਹੀ ਤੁਸੀਂ ਜਦੋਂ ਹਨੇਰੇ ਕਮਰੇ ਜਾਂਦੇ ਹੋ ਐਡਜਸਟ ਕਰਦੀ ਆ, ਇਸੇ ਤਰ੍ਹਾਂ ਜਦੋਂ ਲਾਈਟ ਆਉਂਦੀ ਆ ਸਾਹਮਣੇ ਤੋਂ ਉਦੋਂ ਵੀ ਇਹ ਤੁਹਾਨੂੰ ਇਹ ਐਡਜਸਟ ਕਰਦੀ ਆ। ਜਿਹੜੀ ਉਹਦੇ ਵਿੱਚ ਅੱਖ ਦੇ ਵਿੱਚ ਛੋਟੀ ਜਿਹੀ ਇੱਕ ਕੋਨ ਹੁੰਦੀ ਆ ਸਰਕਲ, ਉਹ ਵੱਡਾ ਛੋਟਾ ਹੋ ਜਾਂਦਾ ਹੈ। ਇਹਨੂੰ ਇਹ ਨੈਚੁਰਲ ਹੈ ਤੇ ਇਹ ਜੇ ਕਹਿ ਲਓ ਵੀ ਪ੍ਰਮਾਤਮਾ ਦਾ ਡਿਜ਼ਾਈਨ ਹੈ। ਤੇ ਜੇ ਜਲਦੀ ਲਾਈਟ ਤੁਹਾਡੇ ਅੱਖ ਵੱਲ ਨੂੰ ਤੇਜ਼ ਆਵੇ ਤੇ ਇਹ ਅਕਮੋਡੇਟ ਨਾ ਕਰ ਪਾਏ ਤਾਂ ਉਹਨੂੰ ਬਲਾਈਂਡਿੰਗ, ਡੈਜ਼ਲਿੰਗ, ਡਿਪਰਾਈਵਿੰਗ ਆਫ ਸਾਈਟ ਥੋੜੀ ਦੇਰ ਵਾਸਤੇ ਤੁਹਾਨੂੰ ਨਹੀਂ ਦਿਸਦਾ। ਇਸੇ ਤਰ੍ਹਾਂ ਹੀ ਜੇ ਯਕਦਮ ਤੁਹਾਡੀ ਬੱਤੀ ਆਫ ਹੋ ਜਾਏ ਕਮਰੇ ਦੀ ਤੇ ਉਸੇ ਟਾਈਮ ਤੁਹਾਨੂੰ ਹਨੇਰਾ ਦਿਖਾਈ ਦਿੰਦਾ, ਪਰ ਥੋੜੀ ਜਿਹੀ ਦੇਰ ਬਾਅਦ ਜਿੰਨੀ ਕੁ ਲਾਈਟ ਚਾਹੀਦੀ ਹੈ ਤੇ ਤੁਹਾਡੇ ਕਮਰੇ 'ਚ ਤੁਹਾਨੂੰ ਤੁਰਨ ਵਾਸਤੇ ਥੋੜੀ ਜਿਹੀ ਵਿਜ਼ੀਬਿਲਿਟੀ ਬਣ ਜਾਂਦੀ ਹੈ। ਇਹ ਟਾਈਮ ਕੋਈ ਜ਼ਿਆਦਾ ਨਹੀਂ ਹੈ, ਸੈਕਿੰਡਸ ਦੇ ਵਿੱਚ ਹੀ ਹੈ। ਤੇ ਇਸੇ ਤਰ੍ਹਾਂ ਹੀ ਆਈ ਜਿਹੜੀ ਆ ਉਹ 4 ਭਾਗਾਂ ਵਿੱਚ ਕੰਮ ਕਰਦੀ ਹੈ ਵੀ ਜਿੱਥੇ ਮੈਕਸੀਮਮ ਦਿਸਦਾ ਤੁਹਾਨੂੰ, ਠੀਕ ਹੈ, ਕਿੱਥੇ ਕਿਸ ਰੇਂਜ ਦੇ ਵਿੱਚ ਜੇ ਲਾਈਟ ਹੋਵੇ ਪੇਨ ਹੁੰਦੀ ਹੈ। ਫਿਰ ਜਿਹੜੇ ਡਰਾਈਵਰਸ ਨੇ ਉਹਨਾਂ ਨੂੰ ਫਟੀਗ ਹੁੰਦੀ ਹੈ, ਮੈਂਟਲ ਫਟੀਗ, ਤੇ ਕਿੱਥੇ ਜਾ ਕੇ ਇਹ ਡੈਜ਼ਲਿੰਗ ਸ਼ੁਰੂ ਹੋ ਜਾਂਦੀ ਹੈ ਤੇ ਕਿੱਥੇ ਵਿਜ਼ੀਬਿਲਿਟੀ ਜਿਹੜੀ ਆ ਤੁਹਾਡੀ ਬਣੀ ਰਹਿੰਦੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਜ਼ਿਆਦਾ ਲਾਈਟ ਹੋਏਗੀ ਜ਼ਿਆਦਾ ਦਿਖੇਗਾ। ਜਿਸ ਤਰ੍ਹਾਂ ਆਪਾਂ ਕੰਨਾਂ 'ਚ ਸੁਣਦੇ ਹਾਂ ਨਾ, ਤੇ ਇਹ ਨਹੀਂ ਹੈ ਵੀ ਜ਼ਿਆਦਾ ਲਾਊਡ ਹੋਏਗਾ ਤੇ ਜ਼ਿਆਦਾ ਵਧੀਆ ਲੱਗੇਗਾ। ਉਹ ਇੱਕ ਤੁਹਾਡਾ ਲੈਵਲ ਹੈ, ਜਿਸ ਤਰ੍ਹਾਂ ਬਲੱਡ ਪ੍ਰੈਸ਼ਰ ਕਹਿ ਲਓ। ਬਿਲਕੁਲ ਬਿਲਕੁਲ, ਵੀ ਇੰਨੇ ਤੋਂ ਇੰਨੇ ਤੱਕ ਕੰਫਰਟੇਬਲ ਹੈ, ਜੇ ਉਸ ਤੋਂ ਜ਼ਿਆਦਾ ਆ ਤੇ ਉਹ ਹਾਈ ਬਲੱਡ ਪ੍ਰੈਸ਼ਰ ਹੈ। ਲੋ ਵੀ ਨਹੀਂ ਹੋਣਾ ਚਾਹੀਦਾ ਤੇ ਹਾਈ ਵੀ ਨਹੀਂ ਹੋਣਾ ਚਾਹੀਦਾ, ਉਹਦੀ ਇੱਕ ਰੇਂਜ ਡਿਫਾਈਨਡ ਹੈ। ਇਸ ਤਰ੍ਹਾਂ ਹਿਊਮਨ ਆਈ ਦੇ ਵਿੱਚ ਵੀ ਹੈ, ਇਹ ਇਸ ਰੇਂਜ ਤੋਂ ਬਾਅਦ
ਪੇਨ ਸਟਾਰਟ ਹੋਏਗੀ। ਜਿਸ ਤਰ੍ਹਾਂ ਬਲੱਡ ਪ੍ਰੈਸ਼ਰ ਦੇ ਵਿੱਚ ਉਸ ਤੋਂ ਬਾਅਦ ਸਾਨੂੰ ਅਨਕੰਫਰਟ ਹੋ ਜਾਂਦੇ ਆਪਾਂ, ਲੋ ਬਲੱਡ ਪ੍ਰੈਸ਼ਰ ਦੇ ਵਿੱਚ ਵੀ ਬੰਦੇ ਨੂੰ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਹਿਊਮਨ ਆਈ ਦੇ ਵਿੱਚ ਇਹ ਤੁਹਾਨੂੰ ਦਿਖਣਾ ਆ ਜੋ ਉਹ ਵਿਦਨ ਦੈਟ ਰੇਂਜ ਦਿਸਣਾ ਹੈ। ਬਟ ਥਿੰਗ ਇਜ਼ ਕਿ ਮੈਂ ਇਸ ਪੇਟੈਂਟ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਜਿਹੜਾ ਚੈਲੰਜ ਇਹ ਕੀਤਾ ਸੀ ਵੀ ਤੁਸੀਂ ਜਿਹੜੀ ਲਾਈਟ ਹੈ ਟਰੱਕ ਦੀ, ਬੱਸਾਂ ਦੀ ਅੱਧੀ ਨਾ, ਅੰਗਰੇਜ਼ਾਂ ਦੇ ਟਾਈਮ ਤੋਂ ਕਾਨੂੰਨ ਬਣਿਆ ਹੋਇਆ ਕਿ ਉਹਨੂੰ ਨਾ ਅੱਧੀ ਕਾਲੀ ਕਰ ਦਿੰਦੇ। ਉਹ ਤੇ ਬਲੈਕ ਕੀਤੀ, ਯੈਸ। ਜੇ ਬਲੈਕ ਕੀਤੀ ਹੁੰਦੀ ਆ ਉਹ ਤੇ ਸਟਿੱਕਰ ਵੀ ਲਾਇਆ ਹੁੰਦਾ। ਜੇ ਤੁਸੀਂ ਸਟਿੱਕਰ ਨਹੀਂ ਲਾਉਂਦੇ ਤੇ ਉਹਦਾ ਚਲਾਨ ਹੋ ਜਾਂਦਾ। ਬਟ ਥਿੰਗ ਇਜ਼ ਕਿ ਤੁਸੀਂ ਇਹ ਤਾਂ ਸੋਚਿਆ ਹੀ ਨਹੀਂ ਵੀ ਲਾਈਟ ਕਿੰਨੀ ਚਾਹੀਦੀ ਆ। ਉਹ ਬੇਸਿਕਲੀ ਲਾਉਂਦੇ ਆ ਵੀ ਜਿਹੜਾ ਸਾਹਮਣੇ ਵਾਲਾ ਬੰਦਾ ਆ ਰਿਹਾ ਆ ਉਹਦੀਆਂ ਅੱਖਾਂ 'ਚ ਨਾ ਪਵੇ। ਹੁਣ ਇੱਕ ਬੰਦਾ ਟਰੱਕ ਤੇ ਬੈਠਾ ਆ, ਪਲੇਸਮੈਂਟ ਆਫ ਦਾ ਜਿਹੜੀ ਲਾਈਟ ਹੈ ਉਹ ਕਿਸੇ ਦੀ ਬਲਬ ਕਿਤੇ ਲੱਗਿਆ ਹੋਇਆ, ਕਿਸੇ ਨੇ ਜੀਪ ਦੇ ਉੱਪਰ ਹੀ ਬਲਬ ਲਾਏ ਹੋਏ ਨੇ। ਬਹੁਤ ਹਾਈ ਹੈ। ਜਿਹੜਾ ਇੱਕ ਤਾਰ ਤੇ ਬੰਦਾ ਆ ਰਿਹਾ ਜਾਂ ਬਹੁਤ ਛੋਟੀ ਜਸਟ ਕਿ ਸਮਾਲ ਕਾਰ ਤੇ ਆ ਰਿਹਾ, ਉਹਦੇ ਵਾਸਤੇ ਤਾਂ ਸਾਹਮਣੇ ਵਾਲੇ ਦੀ ਲਾਈਟ ਭਾਵੇਂ ਪੂਰੀ ਕਾਲੀ ਕਰ ਦਿਓ ਤਾਂ ਵੀ ਉਹਦੀ ਅੱਖ 'ਚ ਪਏਗੀ। ਠੀਕ ਹੈ ਤੁਹਾਡੀ ਗੱਲ। ਕਿਉਂਕਿ ਉਹ ਜਿਹੜਾ ਹਾਫ ਉੱਪਰੋਂ ਛੋਟਾ 1/4 ਕਾਲਾ ਕਰ ਦੇਣਾ ਉਹ ਕੋਈ ਸੋਲੂਸ਼ਨ ਨਹੀਂ ਹੈ। ਉਹ ਇੱਕ ਹਿੱਟ ਐਂਡ ਟਰਾਇਲ ਸੋਲੂਸ਼ਨ ਸੀਗਾ। ਉਹ ਬੇਸਿਕਲੀ ਟੈਕਨੀਕਲੀ ਉਹਦੇ ਵਿੱਚ ਕੁਛ ਨਹੀਂ ਹੈ ਤੇ ਉਹ ਇੱਕ ਜਨਰਲੀ ਹਿੱਟ ਐਂਡ ਟਰਾਇਲ ਮੈਥਡ ਅੱਜ ਤੱਕ ਚੱਲ ਰਿਹਾ ਸੀ। ਉਸ ਤੋਂ ਬਾਅਦ ਫਿਰ ਇੱਕ ਮੈਥਡ ਚੱਲ ਰਿਹਾ ਵੀ ਆਪਾਂ ਡਿੱਪਰ ਮਾਰਦੇ ਹਾਂ ਤੇ ਡਿੱਪਰ ਵੀ ਇੱਕ ਸੋਲੂਸ਼ਨ ਕੱਢਿਆ ਅਸੀਂ ਵੀ ਚਲੋ ਥੱਲੇ ਵਾਲਾ ਬੀਮ ਚਲਾ ਦਿਆਂਗੇ ਤੇ ਸਾਹਮਣੇ ਵਾਲਿਆਂ ਦੀਆਂ ਅੱਖਾਂ 'ਚ ਨਾ ਪਏਗਾ। ਪਰ ਡਿੱਪਰ ਮਾਰਨ ਦੀ ਜਿਹੜੀ ਆਦਤ ਹੈ ਉਹ ਮੈਨੂੰ ਨਹੀਂ ਲੱਗਦਾ ਕਿ 5 ਤੋਂ 10% ਡਰਾਈਵਰਾਂ ਨੂੰ ਸਾਡੇ ਕੰਟਰੀ 'ਚ ਤਾਂ ਹੋਏਗੀ ਰਾਤ ਨੂੰ, ਪਰ ਮੋਸਟਲੀ ਇਹ ਆਦਤ ਜਿਹੜੀ ਹੈ ਘੱਟ ਹੈ ਡਿੱਪਰ ਵਾਲੀ। ਬਿਲਕੁਲ। ਤੇ ਫਿਰ ਕੁਛ ਇੰਗਲੈਂਡ ਦੇ ਵਿੱਚ ਕੋਈ ਪੇਟੈਂਟ ਸੀ, ਉਹਨਾਂ ਨੇ ਡਿੱਪਰ ਵੀ ਆਟੋਮੈਟਿਕ ਬਣਾਈ। ਉਹਦੀ ਵੀ ਡਿਸਟਰਬੈਂਸ ਹੈ ਵੀ ਜੇ ਤੁਸੀਂ 80-90 ਦੀ ਸਪੀਡ ਤੇ ਚੱਲ ਰਹੇ ਆ ਤੇ ਆਟੋਮੈਟਿਕਲੀ ਕਿਤੇ ਡਿੱਪਰ ਵੱਜ ਜਾਵੇ, ਝਪਕਾ ਪਏ ਤਾਂ ਹੋ ਸਕਦਾ ਡਰਾਈਵਰ ਜਿਹੜਾ ਉਹਦੀ ਵਿਜ਼ਨ ਦੀ ਕੰਟੀਨਿਊਟੀ ਡਿਸਟਰਬ ਹੋ ਜਾਏ। ਬਿਲਕੁਲ। ਸੋ ਇਸ ਤਰ੍ਹਾਂ ਦਾ ਇੱਕ ਸੋਲੂਸ਼ਨ ਚਾਹੀਦਾ ਹੈ ਵੀ ਪਤਾ ਹੀ ਨਾ ਲੱਗੇ ਗੱਡੀਆਂ ਇੱਕ ਦੂਜੇ ਕੋਲ ਦੀ ਲੰਘਣ ਤੇ ਆਟੋਮੈਟਿਕਲੀ ਜਿੰਨੀ ਦੋਨਾਂ ਡਰਾਈਵਰਸ ਨੂੰ ਵਿਜ਼ੀਬਲ ਜਿਹੜਾ ਉਹਨਾਂ ਦਾ ਰੇਂਜ ਹੈ ਉਨੀ ਹੀ ਲਾਈਟ ਹੋਵੇ ਤੇ ਦੂਸਰੀ ਸਾਈਡ ਤੇ ਸਾਈਕਲ ਵਾਲਾ ਜਾਂਦਾ ਵੀ ਦਿਖੇ ਤੇ ਉਹਦੇ ਨਾਲ ਕੀ ਹੋਏਗਾ, ਦੇ ਵਿਲ ਫੀਲ ਵੈਰੀ ਕੰਫਰਟੇਬਲ। ਕਿਸੇ ਤਰ੍ਹਾਂ ਦੀ ਫਟੀਕ, ਪੇਨ, ਬਲਾਈਂਡਿੰਗ ਕੁਛ ਵੀ ਨਹੀਂ ਹੋਏਗਾ। ਬਿਲਕੁਲ। ਕਿਉਂਕਿ ਜਿਹੜਾ ਐਕਸੀਡੈਂਟ ਹੁੰਦਾ ਉਹ ਇਸੇ ਟ੍ਰਾਂਜੀਸ਼ਨ ਪੀਰੀਅਡ 'ਚ ਹੀ ਹੁੰਦਾ। ਇਸੇ ਜੀ ਡੈਫੀਨਿਟਲੀ ਉਦੋਂ ਇਸੇ ਦੇ ਵਿੱਚ ਹੁੰਦਾ। ਔਰ ਜ਼ਿਆਦਾ ਕਰਕੇ ਕੀ ਹੁੰਦਾ ਹੈ ਕਿ ਸਾਹਮਣੇ ਗੱਡੀ ਜਿਹੜੀ ਜਾ ਰਹੀ ਹੈ, ਦੋ ਗੱਡੀਆਂ ਤੇ ਜਾ ਰਹੀਆਂ ਪਰ ਉਹਨਾਂ ਨੂੰ ਆਪਣੇ ਸਾਹਮਣੇ ਕੋਈ ਵੀ ਨਹੀਂ ਦਿਖਦਾ। ਅਗਲੇ ਪਾਸੇ ਕੋਈ ਛੋਟਾ ਵਹੀਕਲ ਜਾਂ ਟਰਾਲੀ ਜਾ ਰਹੀ ਹੈ, ਮੈਂ ਦੇਖਿਆ ਪ੍ਰੈਕਟੀਕਲੀ ਕਈ ਵਾਰੀ, ਜਾਂ ਕੋਈ ਹੋਰ ਟਰੱਕ ਖੜਾ ਹੈ ਜਾਂ ਕੋਈ ਵਹੀਕਲ ਖੜੀ ਹੈ, ਉਹਦੇ ਵਿੱਚ ਜਾ ਕੇ ਲੱਗ ਜਾਂਦੀ ਹੈ ਕਿਉਂਕਿ ਉਹਨੂੰ ਅੱਗੇ ਤਾਂ ਕੁਛ ਵੀ ਨਹੀਂ ਦਿਖ ਰਿਹਾ। ਜਾਂ ਉਹ ਕੀ ਹੈ ਕਿ ਅੱਗੇ ਜਾ ਕੇ ਕੋਈ ਹੰਪ ਹੈ ਜਾਂ ਕੁਛ ਵੀ ਹੈ ਤੇ ਉੱਥੇ ਉਹਨੂੰ ਪ੍ਰੋਬਲਮ ਹੋ ਜਾਂਦੀ ਹੈ ਕਿਉਂਕਿ ਉਹਦੀ ਵਿਜ਼ੀਬਿਲਿਟੀ ਜਿਹੜੀ ਆ ਫਿਰ ਜਦੋਂ ਅੱਖ ਨੇ ਆਪਣੇ ਉਸ ਕਮਿਊਨਿਕੇਸ਼ਨ ਰੀਜਨ 'ਚ ਚੱਲ ਜਾਣਾ ਨਾ, ਉਹਨੂੰ ਵਾਪਸ ਆਉਣ ਨੂੰ ਵੀ ਟਾਈਮ ਲੱਗਦਾ। ਬਿਲਕੁਲ। ਕਿਉਂਕਿ ਇਹ ਫਲਿੱਕਰ ਨਹੀਂ ਹੈ ਕਿ ਇੱਕਦਮ ਯਕਦਮ ਕਮਿਊਨਿਕੇਸ਼ਨ ਹਿਊਮਨ ਦੀ ਹੋ ਜਾਏਗੀ ਤੇ ਯਕਦਮ ਨਹੀਂ। ਇਹ ਲੋਗੈਰਿਥਮੈਟਿਕਲੀ ਰਿਸਪੌਂਸ ਹੈ ਹਿਊਮਨ ਬਿਹੇਵੀਅਰ ਆ ਕਿ ਉਹਨੂੰ ਵਾਪਸ ਉੱਥੇ ਆਪਣੇ ਆਪ ਨੂੰ ਸਟੇਬਲਾਈਜ਼ ਕਰਨ ਵਾਸਤੇ ਵੀ ਟਾਈਮ ਲੱਗਦਾ। ਅੱਛਾ, ਪਹਿਲਾਂ ਤਾਂ ਡਿਸਟਰਬੈਂਸ ਹੋ ਗਈ ਹਾਈ ਲਾਈਟ ਨਾਲ। ਬਿਲਕੁਲ। ਉਹਦਾ ਜਿਹੜਾ ਵਰਕਿੰਗ ਰੀਜਨ ਸੀਗਾ ਅੱਖ ਦਾ ਬਦਲ ਗਿਆ, ਉਹ ਕੋਨ ਅਕਮੋਡੇਸ਼ਨ ਐਡਜਸਟ ਹੋ ਗਈ। ਫਿਰ ਹੁਣ ਉਹਨੇ ਪੇਨ ਰੀਜਨ ਚੋਂ ਜਾਂ ਹਾਇਰ ਰੀਜਨ ਤੋਂ ਫਿਰ ਉਹਨੇ ਕਮੋਡੇਟ ਕਰਕੇ ਹਨੇਰੇ ਦੇ ਵਿੱਚ ਆਉਣਾ। ਬਿਲਕੁਲ। ਫਿਰ ਉਹਨੇ ਆਪਣੀ ਵਿਜ਼ੀਬਿਲਿਟੀ ਫਿਰ ਦੁਬਾਰਾ ਬਣਾਉਣੀ, ਐਡਜਸਟ ਕਰਨੀ ਦੁਬਾਰਾ। ਔਰ ਇਹਦੇ ਕਰਕੇ ਜਿਹੜਾ ਹੈ ਡਰਾਈਵਰਾਂ ਨੂੰ ਰਾਤ ਨੂੰ ਜਿਹੜੀ ਹੈ ਉਹ ਫਟੀਗ ਵੀ ਹੁੰਦੀ ਹੈ, ਉਹਨਾਂ ਦੀ ਜੱਜਮੈਂਟ ਵੀ ਗਲਤ ਹੋ ਜਾਂਦੀ ਹੈ ਕਿਉਂਕਿ ਬੰਦਾ ਮੈਂਟਲੀ ਤੌਰ ਤੇ ਵੀ ਥੱਕ ਜਾਂਦਾ ਹੈ। ਬਿਲਕੁਲ। ਤੇ ਇਹ ਐਕਸੀਡੈਂਟ ਦਾ ਕਾਰਨ ਵੀ ਬਣਦਾ, ਫਟੀਗ ਦਾ ਕਾਰਨ ਵੀ ਬਣਦਾ। ਤੇ ਫਿਰ ਮੈਂ ਇਸ ਤੇ ਕੰਮ ਕਰਨਾ ਸ਼ੁਰੂ ਕੀਤਾ। ਫਿਰ ਮੈਂ ਸੈਂਸਿੰਗ ਲਗਾ ਕੇ ਫਿਰ ਉਹ ਕਮਿਊਨਿਕੇਸ਼ਨ ਸਾਰਾ ਕੁਛ ਫਿਰ ਪੇਟੈਂਟ ਆਫਿਸ ਨਾਲ ਕਾਫੀ ਦੇਰ, ਕਿਉਂਕਿ ਉਹਨਾਂ ਦਾ ਜਿਹੜੀ ਆਪਣੀ ਸਰਚ ਰਿਪੋਰਟ ਹੁੰਦੀ ਆ ਉਹ ਬੜੀ ਸਖਤ ਹੈ, ਇੰਟਰਨੈਸ਼ਨਲ ਲੈਵਲ ਤੇ ਸਰਚ ਹੁੰਦਾ, ਫਿਰ ਆਪੋਜੀਸ਼ਨ ਵਾਸਤੇ ਛਪਦਾ। ਪਰ ਪਰਮਾਤਮਾ ਦੀ ਕਿਰਪਾ ਦੇ ਨਾਲ ਇੱਕ ਗੱਲ ਰਹੀ ਹੈ ਕਿ ਜੋ ਵੀ ਅੱਜ ਤੱਕ ਮੈਂ ਪੇਟੈਂਟ ਜਿਹੜਾ ਕੋਈ ਵੀ ਕਾਪੀਰਾਈਟ ਵੀ ਆ, ਇੱਕ ਦੋ ਮੈਂ ਪਿੱਛੇ ਜੇ 550 ਸਾਲਾਂ ਤੇ ਬਾਬੇ ਨਾਨਕ ਤੇ ਵੀ ਕਾਪੀਰਾਈਟ ਲਿਆ ਸੀ। ਅੱਛਾ ਜੀ, ਕਿਆ ਬਾਤ ਹੈ। ਤੇਗ ਬਹਾਦਰ ਦੀ 400 ਸਾਲਾਂ ਤੇ ਵੀ ਮੈਂ ਕਾਪੀਰਾਈਟ ਲਿਆ। ਉਹ ਜੋ ਸੀਗਾ ਮੈਂ ਲਿਖਿਆ ਉਹਨਾਂ ਤੇ ਗਾਇਆ ਵੀ ਮੈਂ, ਮੇਰੀ ਵੌਇਸ ਦੇ ਵਿੱਚ ਉਹ YouTube ਤੇ ਅਵੇਲੇਬਲ ਹੈ। ਪਰ ਪਰਮਾਤਮਾ ਦੀ ਕਿਰਪਾ ਇਹ ਰਹੀ ਆ, ਮੈਂ ਬੇਸ਼ੱਕ ਕਾਪੀਰਾਈਟ ਫਾਈਲ ਕਰਦਾ ਜਾਂ ਪੇਟੈਂਟ, ਅੱਜ ਤੱਕ ਵਰਲਡ ਵਾਈਡ ਕਦੀ ਵੀ ਕੋਈ ਆਪੋਜੀਸ਼ਨ ਨਹੀਂ ਆਈ। ਕੀ ਬਾਤ ਹੈ ਜੀ। ਪ੍ਰੋਫੈਸਰ ਸਾਹਿਬ, ਤੁਹਾਡਾ ਗੱਲਬਾਤ ਪੇਟੈਂਟ ਆਫਿਸ ਨੇ ਮੈਨੂੰ ਕਿਹਾ,
ਤੁਹਾਡੇ ਨਾਲ ਗੱਲਬਾਤ ਤਾਂ ਫਿਰ ਬਹੁਤ ਸਾਰੇ ਟੌਪਿਕਸ ਤੇ ਕੀਤੀ ਜਾ ਸਕਦੀ ਹੈ, ਆਉਂਦੇ ਦਿਨਾਂ ਤੁਹਾਨੂੰ ਤਕਲੀਫ ਦਿੰਦੇ ਰਵਾਂਗੇ ਜੀ ਅਸੀਂ। ਕੋਈ ਨਹੀਂ ਇਹ ਆ ਵੀ ਪ੍ਰਮਾਤਮਾ ਦੀ ਕਿਰਪਾ ਹੈ, ਵਾਹਿਗੁਰੂ ਦੀ, ਕਿ ਓਪੋਜੀਸ਼ਨ ਨਹੀਂ ਕਦੀ ਆਈ। ਹਾਂਜੀ ਹਾਂਜੀ। ਤੇ ਪੇਟੈਂਟ ਆਫਿਸ ਨੇ ਇਸ ਕਰਕੇ ਉਹ ਮੈਨੂੰ ਵੀ ਐਕਸੈਪਟ ਕਰ ਲਿਆ ਵੀ ਇਹ ਜੋ, ਕਿਉਂਕਿ ਮੈਂ ਪਹਿਲਾਂ ਜਿਹੜਾ ਵੀ ਕੰਮ ਕੋਈ ਫਾਈਲ ਕਰਦਾ, ਫਾਈਲ ਕਰਨ ਤੋਂ ਪਹਿਲਾਂ ਮੈਂ ਉਸ ਤੇ ਕਾਫੀ ਪਹਿਲਾਂ ਵਰਕਆਊਟ ਕਰਦਾ, ਪੂਰੀ ਮਿਹਨਤ ਕਰਕੇ ਫਿਰ ਮੈਂ ਵਰਲਡ ਵਾਈਡ ਸਰਚ ਵੀ ਦੇਖਦਾ ਵੀ ਇਹਦੇ ਨਾਲ ਕੋਈ ਕਿਸੇ ਦਾ ਆਈਡੀਆ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਐਗਜ਼ਿਸਟਿੰਗ ਤਾਂ ਨਹੀਂ ਹੈਗੀ। ਬਿਲਕੁਲ ਠੀਕ। ਤੇ ਕਿਉਂਕਿ ਇਹਦੇ ਵਿੱਚ ਕੋਈ ਰੈਫਰੈਂਸ ਨਹੀਂ ਹੋਣਾ ਚਾਹੀਦਾ ਵਰਲਡ ਵਾਈਡ। ਬਿਲਕੁਲ ਜੀ, ਕਿਸੇ ਨੇ ਪਹਿਲਾਂ ਕੰਮ ਨਹੀਂ ਕੀਤਾ ਹੋਣਾ ਚਾਹੀਦਾ। ਪੇਟੈਂਟ ਇਨਵੈਂਸ਼ਨ ਤਾਂ ਮਿਲਦੀ ਹੈ, ਤਾਂ ਹੀ ਮਿਲਦੀ। ਬਿਲਕੁਲ ਜੀ। ਤੇ ਹੁਣ ਇਹਦਾ ਹੁਣ ਬੇਸਿਕਲੀ ਹੁਣ ਇਹ ਕੰਮ ਕਿੱਦਾਂ ਕਰੇਗੀ ਜੀ, ਜੋ ਤੁਹਾਡੀ ਇਨਵੈਂਸ਼ਨ ਹੈ ਕਿਵੇਂ ਵਰਕ ਕਰੇਗੀ ਜੀ? ਇਹ ਵਰਕ ਇਹ ਹੈ ਜੀ, ਪਿੱਛੇ ਜੇ ਟਰਾਂਸਪੋਰਟ ਅਥਾਰਟੀ ਆਫ ਇੰਡੀਆ ਨੇ ਡਿਸਾਈਡ ਕੀਤਾ ਸੀ ਵੀ ਆਟੋਮੈਟਿਕ ਜੋ ਇੱਦਾਂ ਦੇ ਸਿਸਟਮ ਨੇ ਉਹਨਾਂ ਨੂੰ ਗੱਡੀਆਂ 'ਚ ਲਾਇਆ ਜਾਵੇ। ਠੀਕ ਹੈ। ਤੇ ਟਰਾਂਸਪੋਰਟ ਅਥਾਰਟੀ ਨੇ ਜਿੰਨੇ ਵੀ ਆਟੋਮੋਬਾਈਲਸ ਬਣਾ ਰਹੇ ਨੇ ਉਹਨਾਂ ਨੂੰ ਇੱਕ ਮੈਸੇਜ ਵੀ ਦਿੱਤਾ ਸੀ ਵੀ ਤੁਸੀਂ ਇਸ ਤਰ੍ਹਾਂ ਦੀ ਜੋ ਵੀ ਕੰਮ ਹੋ ਰਿਹਾ ਉਹ ਜਿਹੜੇ ਇਨਵੈਂਟਰਸ ਨੇ ਉਹਨਾਂ ਨਾਲ ਗੱਲ ਕਰੋ ਤੇ ਅਸੀਂ ਜਿਹੜਾ ਨਵਾਂ ਬਣਾਵਾਂਗੇ ਇਹਨਾਂ ਦਾ ਜੋ ਆਬਜੈਕਟਿਵ ਹੈ ਟਰਾਂਸਪੋਰਟ ਅਥਾਰਟੀ ਆਫ ਇੰਡੀਆ ਦਾ, ਉਹਦੇ ਵਿੱਚ ਇਹਨੂੰ ਤੁਸੀਂ ਇੰਟਰੋਡਿਊਸ ਕਰੋ। ਕਿਉਂਕਿ ਕੋਈ ਵੀ ਚੀਜ਼ ਆ ਉਹਨੂੰ ਇੰਟਰੋਡਿਊਸ ਕਰਨ ਤੋਂ ਪਹਿਲਾਂ ਉਹਨੂੰ ਟੈਸਟ ਕੀਤਾ ਜਾਂਦਾ ਪ੍ਰੈਕਟੀਕਲੀ, ਫਿਰ ਟਰਾਂਸਪੋਰਟ ਅਥਾਰਟੀ ਆਫ ਦੈਟ ਕੰਟਰੀ ਉਹਨੂੰ ਲਾਅ ਕਰਦੀ ਹੈ। ਫਿਰ ਜੋ ਮੈਨੂਫੈਕਚਰਰ ਹੈ ਜਾਂ ਜੋ ਵੀ ਹੈਗਾ ਆ ਆਪਣਾ ਵਹੀਕਲ ਵਾਲਾ ਮੈਨੂਫੈਕਚਰਰ ਹੈ ਉਹ ਇਨਵੈਂਟਰ ਨਾਲ ਗੱਲ ਕਰਕੇ ਜਾਂ ਜਿਸ ਨੇ ਬਣਾਉਣਾ ਉਹਦੇ ਨਾਲ ਗੱਲ ਕਰਕੇ ਫਿਰ ਉਹਦੇ ਵਿੱਚ ਇੰਸਟਾਲ ਹੁੰਦਾ ਤੇ ਉਸ ਦੇ ਨਾਲ ਉਹਦੀ ਟੈਸਟਿੰਗ ਜਾਂ ਜੋ ਵੀ ਹੈ ਉਹਦੇ ਟੈਸਟ ਨੇ ਟਰਾਂਸਪੋਰਟ ਅਥਾਰਟੀ ਇੰਡੀਆ ਦੇ ਬਿਲਕੁਲ ਉਹ ਵੀ ਹੁੰਦੇ ਨੇ। ਤੇ ਇਹਨੂੰ ਇੰਪਲੀਮੈਂਟ ਕਰਨ ਦੇ ਵਿੱਚ ਚਲੋ ਇਸ ਤਰ੍ਹਾਂ ਹੈ ਕਿ ਇਹ ਜਦੋਂ ਤੁਸੀਂ ਕੋਈ ਵੀ ਡਿਵੈਲਪ ਕਰ ਲੈਂਦੇ ਹੋ ਉਹਦੀ ਇੰਪਲੀਮੈਂਟੇਸ਼ਨ 'ਚ ਕੁਛ ਸਰਕਾਰ ਦੀਆਂ ਵੀ ਰੂਲ ਨੇ, ਉਹਦੇ ਅਕੋਰਡਿੰਗਲੀ ਫਿਰ ਉਹਨੂੰ ਐਕਸੈਪਟ ਕੀਤਾ ਜਾਂਦਾ ਐਂਡ ਇੰਪਲੀਮੈਂਟ ਕੀਤਾ ਜਾਂਦਾ ਹੈ। ਬਹੁਤ ਬਹੁਤ ਤੁਹਾਨੂੰ ਵਧਾਈਆਂ ਜੀ ਇਸ ਗੱਲ ਦੀਆਂ। ਔਰ ਉਹ ਤੋਂ ਪਹਿਲਾਂ ਕਿਹੜੀ ਰਿਸਰਚ ਪਿੰਡ ਕਰਾ ਚੁੱਕੇ? ਹੋਰ ਗੱਲ ਹੈ ਕਿ ਮੈਨੂੰ ਕਈ ਮੈਨੂਫੈਕਚਰਰਸ ਨੇ ਕੰਟੈਕਟ ਵੀ ਕੀਤਾ। ਠੀਕ ਹੈ। ਮੈਂ ਕਿਹਾ ਵੀ ਮੈਂ ਤਾਂ ਜੋ ਵੀ ਕਰ ਰਿਹਾ ਨਿਸ਼ਕਾਮ ਸੇਵਾ, ਕਿਆ ਬਾਤ ਹੈ, ਹਿਊਮੈਨਿਟੀਜ਼ ਵਾਸਤੇ ਜੋ ਵੀ ਬੈਟਰ ਹੋ ਸਕਦਾ ਭਾਈ ਉਹ ਮੇਰੀਆਂ ਸਰਵਿਸ ਜਿਹੜੀਆਂ ਨੇ ਉਹ ਤੁਸੀਂ ਲੈ ਸਕਦੇ ਹੋ ਤੇ ਮੇਰਾ ਕੋਈ ਇੰਟਰਸਟ ਨਹੀਂ ਹੈ। ਇਟ ਇਜ਼ ਜਸਟ ਲਾਈਕ ਏ ਕੰਟਰੀਬਿਊਸ਼ਨ ਫਾਰ ਆਵਰ ਨੇਸ਼ਨ। ਡਾਕਟਰ ਸਾਹਿਬ ਇਹ ਤਾਂ ਕਮਾਲ ਦੀ ਗੱਲ ਹੈ। ਨਹੀਂ ਤਾਂ ਜਿਹੜੀ ਜੇ ਪੇਟੈਂਟ ਇਹੋ ਜਿਹੀ ਰਿਸਰਚ ਦਾ ਕਰਾ ਲੈਣਾ, ਸਭ ਤੋਂ ਪਹਿਲਾਂ ਤਾਂ ਉਹਦਾ ਅੱਗੇ ਚੱਲ ਕੇ ਇਨਸਾਨ ਬਿਜ਼ਨਸ ਪੱਖ ਦੇਖਦਾ ਜੋ ਵੈਸਟਰਨ ਵਰਲਡ ਦੇ ਵਿੱਚ ਆਮ ਹੈ ਜੀ, ਕਿ ਐਡੀ ਵੱਡੀ ਰਿਸਰਚ ਤੋਂ ਬਾਅਦ ਇਹ ਕੋਸ਼ਿਸ਼ ਕੀਤੀ ਜਾਂਦੀ ਕਿ ਹੁਣ ਇਹਦਾ ਜਿਹੜਾ ਲੱਭਿਆ ਜਾਵੇ ਇਨਵੈਸਟਰ ਲੱਭਿਆ ਜਾਵੇ, ਇਹਦਾ ਫਾਇਦਾ ਲਿਆ ਜਾਵੇ ਡੈਫੀਨਿਟਲੀ। ਬਿਲਕੁਲ ਜੀ ਬਿਲਕੁਲ। ਨਹੀਂ ਉਹ ਜਿਸ ਟਾਈਮ ਮੈਂ ਤੁਹਾਨੂੰ ਇੱਕ ਇਹਦੇ ਨਾਲ ਛੋਟੀ ਜਿਹੀ ਗੱਲ ਦੱਸਾਂਗਾ ਵੀ ਜਦੋਂ ਮੈਂ ਫਾਈਲ ਕੀਤਾ ਸੀ ਨਾ ਤੇ ਉਹਨਾਂ ਨੇ ਜਦੋਂ ਦੇਖਿਆ ਤਾਂ ਪੇਟੈਂਟ ਆਫਿਸ ਤੋਂ ਮੈਨੂੰ ਫੋਨ ਆਇਆ ਸੀ। ਅੱਛਾ ਜੀ, ਠੀਕ ਹੈ। ਮੈਨੂੰ ਯਾਦ ਹੈ ਕਿ ਫਰਾਈਡੇ ਸੀ ਤਾਂ ਉਹ ਕਹਿੰਦੇ ਤੁਸੀਂ ਮੰਡੇ ਆਓ, ਸਾਨੂੰ ਲੱਗਦਾ ਵੀ ਤੁਸੀਂ ਇੱਕ ਪ੍ਰੋਫੈਸਰ ਹੋ। ਹਾਂਜੀ। ਤੁਸੀਂ ਇਹਨੂੰ ਇਸ ਤਰ੍ਹਾਂ ਲਿਖਿਆ ਹੋਇਆ ਜਿੱਦਾਂ ਇੱਕ ਰਿਸਰਚ ਪੇਪਰ ਪ੍ਰੋਫੈਸਰ ਲਿਖਦਾ ਹੈ। ਹਾਂਜੀ ਹਾਂਜੀ ਹਾਂਜੀ। ਪਰ ਇਹਨੂੰ ਡਰਾਫਟ ਹੋਰ ਹੁੰਦਾ, ਤੁਸੀਂ ਉਹਦੇ ਹਿਸਾਬ ਨਾਲ ਅਸੀਂ ਤੁਹਾਨੂੰ ਦੱਸਦੇ ਹਾਂ। ਬਟ ਉਹ ਕਹਿੰਦੇ ਵੀ ਅਸੀਂ ਹੁਣੇ ਹੀ ਸਰਚ ਮਾਰ ਕੇ ਦੇਖਿਆ ਇਹਦੇ ਨਾਲ ਦਾ ਵਰਲਡ ਵਾਈਡ ਕੋਈ ਪੇਟੈਂਟ ਨਹੀਂ। ਕੀ ਬਾਤ ਹੈ। ਤੇ ਉਹਨਾਂ ਨੇ ਜਿਵੇਂ ਕਹਿ ਲਓ ਵੀ ਮੈਨੂੰ ਇੱਕ ਐਪਰੀਸ਼ੀਏਸ਼ਨ ਉਸੇ ਟਾਈਮ ਹੀ ਦਿੱਤੀ ਜਦੋਂ ਐਪਲੀਕੇਸ਼ਨ ਗਈ। ਠੀਕ ਹੈ। ਤੇ ਉਹ ਮੈਨੂੰ ਅਜੇ ਪੇਟੈਂਟ ਗ੍ਰਾਂਟ ਨਹੀਂ ਹੋਇਆ ਸੀ, ਉਸ ਤੋਂ ਪਹਿਲਾਂ ਹੀ ਕਹਿੰਦੇ ਸੀ ਜੇ ਤੁਸੀਂ ਲਾਇਸੈਂਸ ਵੀ ਲੈਣਾ ਚਾਹੁੰਦੇ ਹੋ ਤੇ ਲੈ ਲਓ ਮੈਨੂਫੈਕਚਰਿੰਗ ਦਾ। ਅੱਛਾ ਜੀ। ਤੇ ਅਸੀਂ ਸਰਚ ਰਿਪੋਰਟ ਤੇ ਹੀ ਦੇ ਦਿੰਦੇ ਹਾਂ। ਮੈਂ ਕਿਹਾ ਜੀ ਦੇਖੋ ਮੈਂ ਤੇ ਇੱਕ ਯੂਨੀਵਰਸਿਟੀ 'ਚ ਪ੍ਰੋਫੈਸਰ ਹਾਂ ਤੇ ਮੈਨੂੰ ਮੈਨੂਫੈਕਚਰਿੰਗ ਇੰਡਸਟਰੀ ਤੇ ਇੱਕ ਮੈਂ ਗੌਰਮੈਂਟ ਇੰਪਲਾਈ ਹਾਂ ਤੇ ਮੈਨੂੰ ਤਾਂ ਹਰ ਚੀਜ਼ ਕੁਛ ਵੀ ਕਰਨ ਤੋਂ ਪਹਿਲਾਂ ਤਾਂ ਅਪਰੂਵਲ ਹੀ ਲੈਣੀ ਪੈਂਦੀ ਆ। ਹਾਂਜੀ ਹਾਂਜੀ, ਐਨੂਅਲ ਲੈਣਾ ਪੈਣਾ। ਇਸ ਕਰਕੇ ਮੇਰਾ ਅਜੇ ਫੀਲਡ ਨਹੀਂ ਹੈ, ਬਟ ਇਹ ਆ ਕਿ ਮੇਰੀ ਜੋ ਕੰਟਰੀਬਿਊਸ਼ਨ ਹੈ ਉਹ ਜੋ ਵੀ ਕਿਸੇ ਨੇ ਯੂਜ਼ ਕਰਨੀ ਹੈ ਤੇ ਉਹ ਤੁਸੀਂ ਮਤਲਬ ਕਰ ਦੋ। ਇਸੇ ਤਰ੍ਹਾਂ ਮੈਨੂੰ ਟ੍ਰਿਬਿਊਨ ਤੋਂ ਵੀ ਫੋਨ ਆਇਆ। ਹਾਂਜੀ ਹਾਂਜੀ। ਕਿ ਸਰ ਅਸੀਂ ਆਰਟੀਕਲ ਛਾਪ ਰਹੇ ਹਾਂ, 3:30 ਵਜੇ ਫੋਨ ਆਇਆ ਤੇ ਤੁਸੀਂ 4:30 ਵਜੇ ਥੋੜੀ ਜਿਹੀ ਡਿਟੇਲ ਦੇ ਦਿਓ। ਠੀਕ ਹੈ ਜੀ, ਠੀਕ ਹੈ। ਤੇ ਉਸੇ ਤਰ੍ਹਾਂ ਹੀ ਫੋਟੋ ਦੇ ਦਿਓ ਜੋ ਵੀ ਮੋਬਾਈਲ ਤੇ ਤੁਸੀਂ ਖਿੱਚ ਕੇ ਦੇ ਸਕਦੇ ਹੋ। ਹਾਂਜੀ ਹਾਂਜੀ। ਇਸੇ ਤਰ੍ਹਾਂ ਮੈਨੂੰ ਕਈ ਵਾਰੀ ਫੋਨ ਆਉਂਦਾ ਕਿਤਿਓਂ ਬਈ ਤੁਸੀਂ ਇਹ ਕਰੋ ਤੇ ਉਹ ਜੋ ਵੀ ਦੇਖਦਾ ਜੋ ਵੀ ਸੁਣਦਾ ਹੈ ਤੇ ਉਹਨੂੰ ਲੱਗਦਾ ਵੀ ਇਟ ਇਜ਼ ਡਿਫਰੈਂਟ ਫਰੋਮ ਦਾ ਬੇਸਿਕਲੀ, ਕਿਉਂਕਿ ਇਟ ਇਜ਼ ਬੇਸਿਕਲੀ ਨਾ ਇਹ ਕਾਮਨ ਪ੍ਰੋਬਲਮ ਆ, ਹਰ ਇੱਕ ਡਰਾਈਵਰ ਫੇਸ ਕਰਦਾ ਹੈ। ਤੇ ਤੁਸੀਂ ਨਾਲ ਬੈਠੇ ਫੇਸ ਕਰਦੇ ਹੋ ਜੀ। ਤੁਸੀਂ ਜਿਹੜੀ ਤੁਸੀਂ ਆਪਣੀ ਸਟੋਰੀ ਸੁਣਾਈ, ਸਿਮਿਲਰ ਸਟੋਰੀ ਵਿੱਚ ਮੈਂ ਵੀ ਇੱਕ ਵਾਰੀ ਗੁਜ਼ਰਿਆ ਚੰਡੀਗੜ੍ਹ ਤੋਂ ਆਉਂਦਿਆਂ ਤੇ
ਡਰਾਈਵਰ ਨੇ ਗੱਡੀ ਕੱਚੇ ਲਾਤੀ ਵਿਦਆਊਟ ਨੋਇੰਗ ਕਿ ਅੱਗੇ ਕੋਈ ਖੱਡਾ ਹੈ ਕਿ ਕੀ ਹੈ, ਕਿਉਂਕਿ ਦਿਸੇ ਕੁਛ ਨਹੀਂ ਜੀ। ਔਰ ਉਹ ਵਿਜ਼ੀਬਿਲਟੀ ਹੈ ਨਹੀਂ ਵਿਜ਼ੀਬਿਲਟੀ ਕੋਈ ਨਹੀਂ। ਔਰ ਮੈਨੂੰ ਨਾਲ ਬੈਠਣ ਨੂੰ ਇਹ ਲੱਗਾ ਕਿ ਅਸੀਂ ਵਾਕਿਆ ਹੀ ਉਹ ਜਿਹੜੀ ਹੈਗੀ ਆ ਨਹਿਰ ਦੇ ਵਿੱਚ ਡਿੱਗਣਾ, ਪਰ ਕੁਦਰਤੀ ਇੰਨੀ ਸਪੇਸ ਸੀ ਕਿ ਉਹ ਬਚਾ ਰਹਿ ਗਿਆ ਉੱਥੇ, ਨਹੀਂ ਤਾਂ ਅਦਰਵਾਈਜ਼ ਡਰਾਈਵਰ ਡਿਡਨਟ ਨੋ, ਉਹਨੂੰ ਨਹੀਂ ਸੀ ਪਤਾ ਕਿ ਮੈਂ ਕਿੱਥੇ ਗੱਡੀ ਲਾ ਰਿਹਾ, ਕਿੱਧਰ ਨੂੰ ਜਾ ਰਿਹਾ, ਮੇਰੀ ਗੱਡੀ ਲਈ ਜਗ੍ਹਾ ਵੀ ਹੈ ਇੱਥੇ ਕਿ ਨਹੀਂ ਹੈ ਜੀ। ਐਗਜ਼ੈਕਟਲੀ ਜੋ ਤੁਸੀਂ ਕਹਿ ਰਹੇ ਹੋ ਉਸੇ ਤਰ੍ਹਾਂ ਹੀ ਫੀਲ ਕੀਤਾ ਮੈਂ ਵੀ ਇੱਕ ਵਾਰ ਨਾਲ ਬੈਠਿਆਂ ਤੇ। ਨਹੀਂ ਐਕਚੁਅਲੀ ਇਦਾਂ ਵੀ ਉਹ ਡਰਾਈਵਰ ਨਾ ਉਸ ਟਾਈਮ ਇੰਨੀ ਘਬਰਾਹਟ 'ਚ ਹੁੰਦਾ, ਡਰ ਜਾਂਦਾ। ਬਿਲਕੁਲ ਉਹ ਇੱਕ ਜਦੋਂ ਉਹਨੂੰ ਦਿਸਦਾ ਨਹੀਂ, ਉਹਨੂੰ ਜਿਹੜਾ ਡਰ ਪੈ ਜਾਂਦਾ ਨਾ, ਉਹ ਡਰ ਦੇ ਵਿੱਚ ਹੀ ਡਿਸੀਜਨ ਪਤਾ ਨਹੀਂ ਕਿਸ ਸਾਈਡ ਨੂੰ ਲੈ ਜਾਵੇ। ਤੁਸੀਂ ਵੈਸੇ ਰਿਫਲੈਕਸ ਸਿਸਟਮ ਹੈ ਨਾ ਹਿਊਮਨ, ਤੁਸੀਂ ਵੈਸੇ ਹੀ ਹਿਊਮਨ ਰਿਫਲੈਕਸ ਸਿਸਟਮ ਚੱਲ ਪੈਂਦਾ, ਫਿਰ ਉਹਦੇ ਵੱਸ ਦਾ ਨਹੀਂ ਹੁੰਦਾ। ਜੋ ਰਿਫਲੈਕਸਿਸ ਹਿਊਮਨ ਮਾਈਂਡ ਦੇ ਵਿੱਚ ਆਉਂਦੇ ਨੇ ਉਹ ਆਟੋਮੈਟਿਕਲੀ ਇੰਪਲੀਮੈਂਟ ਹੋ ਜਾਂਦੇ। ਬਿਲਕੁਲ ਜੀ, ਇਹ ਜਿਹੜਾ ਇਨਬਿਲਟ ਡਿਫੈਂਸ ਮੈਕੈਨਿਜ਼ਮ ਹੈ ਬੰਦੇ ਦਾ, ਉਹ ਹਾਵੀ ਹੋ ਜਾਂਦਾ ਉਸ ਵੇਲੇ, ਉਹ ਬਚਾਉਣਾ ਸ਼ੁਰੂ ਕਰ ਦਿੰਦਾ। ਉਸ ਟਾਈਮ ਉਹ ਡਿਸੀਜਨ ਵੀ ਉਹਦੇ ਆਪਣੇ ਤੇ ਨਹੀਂ ਹੁੰਦਾ, ਉਹ ਜੋ ਰਿਫਲੈਕਸ ਸਿਸਟਮ ਤੋਂ ਰਿਫਲੈਕਟ ਹੋ ਗਿਆ, ਬ੍ਰੇਕ ਮਾਰਨੀ ਆ ਜਾਂ ਆਪਣਾ ਸਟੀਅਰਿੰਗ ਨੂੰ ਘੁਮਾਉਣਾ, ਉਹ ਉਸ ਟਾਈਮ ਪਤਾ ਨਹੀਂ ਲੱਗਦਾ। ਉਹ ਇਸੇ ਕਰਕੇ ਕਈ ਵਾਰੀ ਉਹ ਗੱਡੀ ਘੁੰਮ ਜਾਂਦੀ ਆ। ਬਿਲਕੁਲ ਜਾਂ ਉਹ ਬਿਲਕੁਲ ਜਾਂਦਾ ਹੀ ਕਿਸੇ ਹੋਰ ਪਾਸੇ ਨੂੰ, ਆਲੇ ਦੁਆਲੇ ਕੋਈ ਪੇੜ ਆ ਜਾਂ ਉੱਥੇ ਹੋ ਜਾਂਦਾ। ਤੁਸੀਂ ਇੱਕ ਸ਼ਾਇਦ ਸੁਣਿਆ ਹੋਵੇਗਾ ਵੀ ਡਾਕਟਰ ਆਪਣੇ ਜਸਪਾਲ ਭੱਟੀ ਜੀ ਦਾ ਵੀ ਇੱਕ ਐਕਸੀਡੈਂਟ ਹੋਇਆ ਸੀ ਨਕੋਦਰ ਲਾਗੇ। ਹਾਂਜੀ ਰਾਤ ਨੂੰ। ਬਿਲਕੁਲ ਹਾਂ, ਉਹ ਵੀ ਇਸੇ ਤਰ੍ਹਾਂ ਹੀ ਸੀਗਾ ਵੀ ਡਰਾਈਵਰ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੋਈ ਤੇ ਉਹ ਸਿੱਧੀ ਪੇੜ ਦੇ ਵਿੱਚ ਲੱਗ ਗਈ ਸੀ ਗੱਡੀ ਰਾਤ ਨੂੰ। ਬਿਲਕੁਲ ਜੀ। ਤੇ ਉਹ ਕੋਈ ਇਸ ਤਰ੍ਹਾਂ ਜਦੋਂ ਸਾਹਮਣੇ ਐਕਚੁਅਲੀ ਦਿਸਦਾ ਨਹੀਂ ਨਾ, ਦੋ ਲਾਈਟਾਂ ਦਿਸਦੀਆਂ ਤੁਹਾਨੂੰ, ਇਹ ਵੀ ਨਹੀਂ ਦਿਸਦਾ ਕੋਈ ਵੱਡਾ ਟਰੱਕ ਹੈ ਜਾਂ ਵੱਡਾ ਕੋਈ ਹੈ, ਨਹੀਂ ਪਤਾ ਲੱਗਦਾ। ਹੋਰ ਤਾਂ ਹੋਰ ਜਿਹੜੀ ਟਰਾਲੀ ਆ ਗੰਨਿਆਂ ਵਾਲੀ ਉਹ ਨਹੀਂ ਦਿਖਦੀ, ਸਿਰਫ ਦੋ ਬੱਤੀਆਂ ਦਿਸਦੀਆਂ ਤੁਹਾਨੂੰ। ਬਿਲਕੁਲ। ਤੇ ਬੈਕ ਤੇ ਤੁਹਾਨੂੰ ਪਤਾ ਹੀ ਨਹੀਂ ਹੈਗਾ ਵੀ ਉਸ ਟਰੈਕਟਰ ਦੇ ਪਿੱਛੇ ਕਿੱਡਾ ਵੱਡਾ ਜੋ ਹੈ ਵੀ ਸਮਾਨ ਵੀ ਲੱਦਿਆ ਹੋ ਸਕਦਾ, ਜਾਂ ਉਹਦੇ ਪਿੱਛੇ ਟਿੱਲਰ ਨੇ, ਜਾਂ ਉਹਦੇ ਵਿੱਚ ਕੁਛ ਵੀ ਹੈ, ਕਿਉਂਕਿ ਤੁਹਾਨੂੰ ਪਿੱਛੇ ਤਾਂ ਦਿਸਦਾ ਹੀ ਕੁਛ ਨਹੀਂ। ਨਹੀਂ ਪਤਾ ਲੱਗਦਾ। ਉਸ ਟ੍ਰਾਂਜੀਸ਼ਨ ਪੀਰੀਅਡ ਦੇ ਵਿੱਚ ਹੀ ਜਿਹੜਾ ਹੈ ਉਹ ਐਕਸੀਡੈਂਟ ਹੁੰਦਾ। ਰਾਤ ਨੂੰ ਤਕਰੀਬਨ ਆਪਾਂ ਰੋਡ 'ਤੇ ਦੇਖਦੇ ਹਾਂ, ਤੇ ਕਈ ਵਾਰੀ ਮੈਨੂੰ ਕਿਸੇ ਡਰਾਈਵਰ ਨੇ ਫੋਨ ਕੀਤਾ ਸੀ, ਉਹ ਕਹਿੰਦਾ ਜੀ ਸਰ ਇੱਦਾਂ ਵੀ ਕਈ ਵਾਰੀ ਸੜਕ ਚਮਕਦੀ ਆ, ਸਾਨੂੰ ਲੱਗਦਾ ਵੀ ਇਹ ਪਾਣੀ ਆ, ਤੇ ਕਈ ਵਾਰੀ ਪਾਣੀ ਚਮਕਦਾ ਸੜਕ ਲੱਗਦੀ ਹੈ ਤੇ ਅਸੀਂ ਉਧਰ ਨੂੰ ਮੋੜ ਦਿੰਦੇ। ਮਤਲਬ ਵਿਜ਼ੀਬਿਲਟੀ ਜਿਹੜੀ ਪ੍ਰੋਬਲਮ ਹੈ ਉਹ ਰਾਤ ਨੂੰ ਜਿੰਨੀ ਦੇਰ ਪ੍ਰੋਪਰ ਆਈਜ਼ ਦੀ ਕਮੋਡੇਸ਼ਨ ਦੇ ਹਿਸਾਬ ਨਾਲ ਨਹੀਂ ਹੈਗੀ, ਤੇ ਉਸ ਹਿਸਾਬ ਨਾਲ ਉਹ ਜਿਹੜੀ ਵਿਜ਼ੀਬਿਲਟੀ ਨਹੀਂ ਹੋਣ ਕਰਕੇ ਇਹ ਪ੍ਰੋਬਲਮ ਜਿਹੜੀਆਂ ਨੇ, ਇਹ ਤਾਂ ਡੇਲੀ ਰੋਜ਼ ਦੀ ਪ੍ਰੋਬਲਮ। ਬੜੀ ਮਸ਼ਹੂਰ ਗੱਲ ਹੈ ਜੀ, ਮਿਰਗ ਤ੍ਰਿਸ਼ਨਾ, ਜਿਹੜੀ ਪਾਣੀ ਸਮਝ ਕੇ ਰੇਗਿਸਤਾਨ 'ਚ ਭੱਜਦਾ ਹੈ ਵਿਚਾਰਾ ਹਿਰਨ ਰਿਫਲੈਕਸ਼ਨ ਤੋਂ। ਬਾਣੀ ਦੇ ਵਿੱਚ ਲਿਖਿਆ ਹੋਇਆ ਵੀ ਉਹਨੂੰ ਜਿਹੜੀ ਰੇਤਾ ਚਮਕਦੀ ਦਿਸਦੀ ਆ। ਹਾਂਜੀ ਉਹ ਕਹਿੰਦਾ ਪਾਣੀ ਆ, ਜਦੋਂ ਅੱਗੇ ਜਾਂਦਾ ਤੇ ਫੇਰ ਉਹਨੂੰ ਦਿਸਦਾ ਵੀ ਪਾਣੀ ਆ ਰੇਤਾ ਦੇ ਵਿੱਚ, ਤੇ ਉਹ ਰੇਗਿਸਤਾਨ 'ਚ ਭੱਜ ਕੇ ਹੀ ਜਾਣ ਦੇ ਦਿੰਦਾ। ਬਿਲਕੁਲ ਪਾਣੀ ਨੂੰ ਲੱਭਦਾ ਹੀ। ਹਾਂ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਦਰਜ ਹੈ ਵੀ ਉਹਦੀ। ਥੈਂਕ ਯੂ ਪ੍ਰੋਫੈਸਰ, ਮੇਰਾ ਸਮਾਂ ਹੋ ਗਿਆ ਜੀ ਸਮਾਪਤੀ ਦਾ ਪ੍ਰੋਗਰਾਮ ਦਾ, ਜਿਹੜੀ ਬਿਆਨ ਕੀਤੀ ਹੋਈ ਹੈ। ਬਹੁਤ ਤੁਹਾਡਾ ਧੰਨਵਾਦ ਜੀ। ਆਉਂਦੇ ਦਿਨਾਂ 'ਚ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਪ੍ਰਾਊਡ ਫੀਲ ਕਰਦੇ ਹਾਂ ਜੀ ਕਿ ਸਾਡੇ ਨਗਰ ਤੋਂ, ਸਾਡੇ ਪਿੰਡ ਤੋਂ ਤੁਸੀਂ ਇੰਨੀ ਜ਼ਿਆਦਾ ਵਧੀਆ ਰਿਸਰਚ ਤੇ ਇੰਨੀ ਤਰੱਕੀ ਕਰ ਰਹੇ ਹੋ। ਵਿਸ਼ ਯੂ ਆਲ ਦੀ ਬੈਸਟ ਐਂਡ ਹੋਪਫੁਲੀ ਜਲਦੀ ਆਪਾਂ ਫਿਰ ਗੱਲ ਕਰਾਂਗੇ ਜੀ। ਸੋ ਮੈਂ ਤੁਹਾਡੇ ਮਾਈ ਰੇਡੀਓ 580 AM ਦੇ ਸਾਰੇ ਟੀਮ ਨੂੰ ਤੇ ਟੀਮ ਦਾ ਬਹੁਤ ਧੰਨਵਾਦੀ ਹਾਂ, ਤੇ ਜਿਹੜੇ ਸਰੋਤੇ ਇਸ ਟਾਈਮ ਸੁਣ ਰਹੇ ਨੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਤੇ ਮੈਂ ਇੱਥੇ ਇੱਕ ਚੀਜ਼ ਥੋੜੀ ਜਿਹੀ ਹੋਰ ਐਡ ਕਰਾਂਗਾ ਵੀ ਮੈਂ ਉਹ ਤੁਹਾਨੂੰ WhatsApp ਤੇ ਲਿੰਕ ਭੇਜ ਦਿੰਦਾ। ਠੀਕ ਹੈ ਜੀ। ਤੇ ਕੈਨੇਡਾ ਦੇ ਕੈਲਗਰੀ ਦੇ ਕੁਝ ਰੇਡੀਓਜ਼ ਨੇ ਬਾਬੇ ਨਾਨਕ ਦੀਆਂ ਸਿੱਖਿਆਵਾਂ ਤੇ ਉਹ ਚਲਾਇਆ ਸੀ, ਜੋ ਮੇਰੇ ਵਾਲਾ ਸੌਂਗ ਹੈ। ਹਾਂਜੀ। ਤੇ ਉਹ SGPC ਵਾਸਤੇ ਅਸੀਂ ਤਿਆਰ ਕੀਤਾ ਸੀ, ਜਿਹੜਾ 550 ਸਾਲਾ ਮਨਾਉਣਾ ਸੀ ਉਸ ਤੇ ਮੈਂ ਉਹਦਾ YouTube ਲਿੰਕ ਤੁਹਾਨੂੰ ਭੇਜੂਗਾ। ਜ਼ਰੂਰ ਸੁਣਾਵਾਂਗੇ। ਕਿਸੇ ਵੀ ਪ੍ਰੋਗਰਾਮ ਦੇ ਵਿੱਚ ਉਹ ਤੁਸੀਂ ਆਪਣੇ ਰੇਡੀਓ ਤੇ ਜ਼ਰੂਰ ਸੁਣਾਉਣਾ। ਗੁਰੂ ਤੇਗ ਬਹਾਦਰ ਦੀ ਸ਼ਹਾਦਤ ਤੇ ਵੀ ਅਸੀਂ ਪਿੱਛੇ 2 ਮਹੀਨੇ ਪਹਿਲਾਂ ਇੱਕ ਉਹਨਾਂ ਦੀ ਸਾਰੀ ਬਟ ਉਹਦੇ ਕਾਪੀਰਾਈਟ ਵੀ ਸਾਨੂੰ ਮਿਲ ਗਏ ਨੇ ਗਵਰਨਮੈਂਟ ਆਫ ਇੰਡੀਆ ਵੱਲੋਂ। ਠੀਕ ਹੈ ਜੀ। YouTube ਦੇ ਲਿੰਕ ਤੇ ਅਸੀਂ ਜ਼ਰੂਰ ਬ੍ਰੌਡਕਾਸਟ ਕਰਾਂਗੇ ਜੀ, ਕੀਤਾ ਹੋਇਆ। ਇਹ ਵੀ ਇੱਕ ਨਵਾਂ ਉਪਰਾਲਾ ਛੋਟਾ ਜਿਹਾ ਅਸੀਂ ਆਪਣੇ ਸਿੱਖ ਧਰਮ ਵਾਸਤੇ ਜਾਂ ਅਗਲੀ ਜਨਰੇਸ਼ਨ ਨੂੰ ਜੋ ਮੈਸੇਜ ਦੇਣ ਵਾਸਤੇ, ਗੁਰੂਆਂ ਦੀ ਸ਼ਹਾਦਤ ਤੇ ਸਿੱਖ ਧਰਮ ਦੀ ਮਰਿਆਦਾ ਜਾਂ ਟੀਚਿੰਗਸ ਆਫ ਦਾ ਗੁਰੂ ਨਾਨਕ ਦੇਵ ਜੀ, ਉਹ ਮੈਂ ਤੁਹਾਨੂੰ ਲਿੰਕ ਭੇਜਾਂਗਾ। ਤੁਸੀਂ ਆਪਣੇ ਰੇਡੀਓ ਦੇ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਨੂੰ ਦੇ ਸਾਹਮਣੇ ਜ਼ਰੂਰ ਉਹ ਸੁਣਾਓ ਸਾਰੇ ਸਰੋਤਿਆਂ ਨੂੰ। ਧੰਨਵਾਦ ਜੀ, ਬਹੁਤ ਥੈਂਕ ਯੂ ਜੀ, ਮਿਹਰਬਾਨੀ ਫਾਰ ਯੂਅਰ ਦਿਸ ਇਨਵੀਟੇਸ਼ਨ ਐਂਡ ਥੈਂਕ ਯੂ ਆਲ ਆਫ ਯੂ। ਥੈਂਕ ਯੂ ਜੀ, ਥੈਂਕ ਯੂ।
ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।